ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਮਾਇਆ ਭਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ। ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਏ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਰੂਪ ਦੇ ਅੰਦਰ ਸ਼ਲੋਕ ਵਾਰਾਂ ਤੇ ਵਿਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1415 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਪਹਿਲਾਂ ਆਪ ਸੰਗਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰੇ 21 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੇਰੇ ਔਰ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਪਾਵਨ ਉਪਦੇਸ਼ ਸਿੱਖਿਆ ਸਾਨੂੰ ਬਖਸ਼ ਰਹੇ ਨੇ, ਉਹਦੇ ਵਿੱਚ ਮਾਲਕ ਜੀ ਨੇ ਸੰਸਾਰਿਕ ਕਾਰਾਂ ਔਰ ਵਿਹਾਰਾਂ ਦੇ ਵਿੱਚ ਗ੍ਰਸਿਆ ਜਾ ਚੁੱਕਾ ਜਿਹੜਾ ਮਨੁੱਖ ਹੈ, ਜਿਹੜਾ ਨਿਤਾ ਪ੍ਰਤੀ ਸੰਸਾਰਿਕ ਪਦਾਰਥਾਂ ਦੀ ਲਾਲਸਾ ਔਰ ਉਹਨਾਂ ਦੀਆਂ ਇੱਛਾਵਾਂ ਦੇ ਵਿੱਚ ਪਲ ਪਲ ਆਤਮਿਕ ਮੌਤ ਮਰ ਰਿਹਾ,
ਉਸ ਜੀਵ ਦੀ ਬਾਤ ਸਤਿਗੁਰੂ ਜੀ ਨੇ ਕੀਤੀ ਤੇ ਜਿਹੜੇ ਸੰਸਾਰਕ ਪਦਾਰਥ ਜ਼ਹਿਰ ਬਣ ਕੇ ਇਹਦੀ ਜ਼ਿੰਦਗੀ ਦੇ ਅੰਦਰ ਪਸਰੇ ਹੋਏ ਨੇ, ਉਹਨਾਂ ਪਦਾਰਥਾਂ ਤੋਂ ਅੱਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੁਚੇਤ ਕਰ ਰਹੇ। ਜ਼ਿੰਦਗੀ ਜਿਉਂਦਿਆਂ ਹੋਇਆਂ ਇਨਸਾਨ ਦੋ ਚੀਜ਼ਾਂ ਦਾ ਬੜਾ ਖਿਆਲ ਰੱਖਦਾ, ਕਿਹੜੀ ਵਸਤੂ ਨਾਲ ਮੇਰੀ ਉਮਰ ਲੰਮੇਰੀ ਹੋਣੀ ਹੈ ਤੇ ਕਿਹੜੀ ਵਸਤੂ ਨਾਲ ਮੇਰੀ ਉਮਰ ਘਟ ਸਕਦੀ ਹੈ। ਇਹਨਾਂ ਦੋ ਚੀਜ਼ਾਂ ਦਾ ਬਹੁਤ ਖਿਆਲ ਰੱਖਦਾ ਹੈ। ਜਿਵੇਂ ਜ਼ਹਿਰ ਖਾਣ ਤੋਂ ਹਰ ਕੋਈ ਗੁਰੇਜ਼ ਕਰਦਾ, ਕਿਉਂਕਿ ਸਾਹਮਣੇ ਨਤੀਜਾ ਰਿਜ਼ਲਟ ਪਿਆ, ਇਦੋਂ ਬਾਅਦ ਵਿੱਚ ਮੌਤ ਹੈ। ਹੁਣ ਉਸੇ ਜ਼ਹਿਰ ਦੀ ਜਗ੍ਹਾ ਉੱਤੇ ਉਹ ਕਈ ਤਰ੍ਹਾਂ ਦੇ ਪ੍ਰੋਡਕਟਸ, ਕਈ ਤਰ੍ਹਾਂ ਦੀਆਂ ਚੀਜ਼ਾਂ, ਵਸਤੂਆਂ, ਉਹਨਾਂ ਦਾ ਸੇਵਨ ਕਰਦਾ, ਜਿਨ੍ਹਾਂ ਵਸਤੂਆਂ ਦੇ ਨਾਲ ਉਮੀਦ ਹੈ ਕਿ ਮੇਰੇ ਸਰੀਰ ਦੇ ਰੋਗ ਵੀ ਕੱਟੇ ਜਾਣਗੇ ਔਰ ਮੇਰੇ ਸਰੀਰਕ ਉਮਰ ਦੇ ਵਿੱਚ ਵਾਧਾ ਵੀ ਹੋਵੇਗਾ, ਜੋ ਇਨਸਾਨ ਦਾ ਭੁਲੇਖਾ ਹੈ। ਕਿਉਂਕਿ ਉਮਰ ਵਿੱਚ ਵਾਧਾ ਕਦੇ ਹੋ ਨਹੀਂ ਸਕਦਾ, ਪਰ ਇਨਸਾਨ ਫਿਰ ਵੀ ਇਸ ਪਾਸੇ ਆਪਣਾ ਜ਼ੋਰ ਬਲ ਲਾ ਕੇ ਬੈਠਾ ਕਿ ਸ਼ਾਇਦ ਜਦੋਂ ਚੰਗੇ ਪਦਾਰਥਾਂ ਦਾ ਮੈਂ ਸੇਵਨ ਕਰਾਂ, ਚੰਗੀਆਂ ਵਸਤੂਆਂ ਦਾ ਸੇਵਨ ਕਰਾਂ ਤੇ ਮੇਰੀ ਸਰੀਰਕ ਉਮਰ ਵਿੱਚ ਵਾਧਾ ਹੋਵੇਗਾ। ਸੰਸਾਰਕ ਤੌਰ ਤੇ ਇਸ ਗੱਲ ਦਾ ਬਹੁਤ ਖਿਆਲ ਰੱਖਦਾ ਹੈ ਇਨਸਾਨ ਕਿ ਕਿਹੜੀ ਵਸਤੂ ਮੇਰੇ ਖਾਣ ਵਾਲੀ ਹੈ ਤੇ ਕਿਹੜੀ ਨਹੀਂ ਖਾਣ ਵਾਲੀ, ਔਰ ਬੜਾ ਸੁਚੇਤ ਹੋ ਕੇ ਵੇਖੋ ਨਾ, ਆਪਣੀ ਸਰੀਰਕ ਤਾਕਤ ਲਈ ਜਾਂ ਆਪਣੇ ਸਰੀਰਕ ਬਲ ਲਈ ਜਾਂ ਸਰੀਰਕ ਤੰਦਰੁਸਤੀ ਲਈ ਇਨਸਾਨ ਕਿੰਨਾ ਸੁਚੇਤ ਹੈ ਕਿ ਇਹ ਪਦਾਰਥ ਨੂੰ ਪਹਿਲੋਂ ਚੈੱਕ ਕਰਦਾ ਹੈ, ਵਸਤੂ ਨੂੰ ਪਹਿਲੋਂ ਚੈੱਕ ਕਰਦਾ ਵੀ ਇਹ ਖਾਣ ਦੇ ਲਾਇਕ ਹੈ ਵੀ ਕਿ ਨਹੀਂ, ਕਿਤੇ ਇਹਦੀ ਤਾਰੀਖ ਲੰਘ ਤਾਂ ਨਹੀਂ ਚੁੱਕੀ, ਐਕਸਪਾਇਰ ਤਾਂ ਨਹੀਂ ਹੋ ਚੁੱਕੀ, ਕਿਤੇ ਇਹ ਨਾ ਹੋਵੇ ਮੈਂ ਇਹਦਾ ਸੇਵਨ ਕਰਾਂ, ਇਹਨੂੰ ਖਾਵਾਂ ਤੇ ਇਹ ਮੇਰੀ ਬਾਡੀ ਉੱਤੇ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਕਰੇ। ਕਿੱਡਾ ਸੁਚੇਤ ਹੈ ਇਨਸਾਨ। ਇਸ ਪਾਸੇ ਤੋਂ ਤਾਂ ਸੁਚੇਤ ਹੋ ਗਿਆ ਕਿ ਪ੍ਰੋਡਕਟ ਦੀ ਐਕਸਪਾਇਰੀ ਡੇਟ ਤੇ ਲੰਘ ਤਾਂ ਨਹੀਂ ਚੁੱਕੀ, ਐਕਸਪਾਇਰ ਤਾਂ ਨਹੀਂ ਹੋ ਚੁੱਕੀ, ਪਰ ਆਪਣੇ ਹੱਥਾਂ ਨਾਲ ਆਪਣੀਆਂ ਵਸਤੂਆਂ ਵਿੱਚ ਜੋ ਜ਼ਹਿਰ ਪਾ ਖਾ ਰਿਹਾ, ਸ਼ਾਇਦ ਉਸ ਪਾਸਿਓਂ ਅਜੇ ਤੱਕ ਵੀ ਇਹ ਸੁਚੇਤ ਨਹੀਂ ਹੋਇਆ। ਨਿਤਾ ਪ੍ਰਤੀ ਵਸਤੂਆਂ ਜੋ ਰੂਟੀਨ ਵਿੱਚ ਇਹਦੇ ਕੰਮ ਆਉਣ ਵਾਲੀਆਂ ਨੇ, ਜਾਂ ਰੂਟੀਨ ਵਿੱਚ ਜਿਹੜੇ ਪਦਾਰਥਾਂ ਨੂੰ ਇਹ ਵਰਤਣ ਵਾਲਾ, ਖਾਣ ਵਾਲੇ ਪਦਾਰਥ ਕਹਿ ਲਓ, ਉਹਨਾਂ ਸਾਰੇ ਪਦਾਰਥਾਂ ਦੇ ਉੱਤੇ ਅੱਜ ਕੈਮੀਕਲ, ਉਹਨਾਂ ਸਾਰੇ ਪਦਾਰਥਾਂ ਉੱਤੇ ਅੱਜ ਰਸਾਇਣਿਕ ਖਾਦਾਂ, ਹਰ ਵਸਤੂ ਦੀ ਵਰਤੋਂ ਕੀਤੀ ਜਾ ਰਹੀ ਹੈ। ਤੇ ਕੀ ਜ਼ਹਿਰ ਨਾਲੋਂ ਘੱਟ ਤੇ ਨਹੀਂ ਹੈ ਨਾ ਇਨਸਾਨ ਜਿਹੜੀਆਂ ਵਸਤੂਆਂ ਨੂੰ ਖਾ ਰਿਹਾ ਹੈ। ਪਰ ਖੈਰ ਫਿਰ ਵੀ ਇਹਦੇ ਮਨ 'ਚ ਇਹ ਬਾਤ ਹੈ ਕਿ ਜੇ ਮੈਂ ਚੰਗੀ ਵਸਤੂ ਖਰੀਦਾਂ ਤੇ ਉਹ ਚੰਗੀ ਵਸਤੂ ਨੂੰ ਮੈਂ ਜੇ ਚੰਗੇ ਢੰਗ ਨਾਲ ਖਾਵਾਂ ਤੇ ਉਹ ਮੇਰੇ ਸਰੀਰ ਲਈ ਪੌਸ਼ਟਿਕ ਤੱਤ ਹੈ, ਮੇਰੇ ਸਰੀਰ ਲਈ ਸੰਤੁਲਿਤ ਭੋਜਨ ਹੈ, ਮੇਰੇ ਸਰੀਰ ਲਈ ਉਹ ਬਹੁਤ ਚੰਗੀ ਹੈ। ਇਹ ਤੇ ਖਿਆਲ ਹੈ ਇਨਸਾਨ ਦਾ ਆਪਣੀ ਕਾਇਆ ਦੇ ਪ੍ਰਤੀ। ਜਿਹੜਾ ਬਚਨ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਪਾਇਆ, ਉਹਦੇ ਵਿੱਚ ਮਾਲਕ ਜੀ ਨੇ ਇਹਨੂੰ ਸੁਚੇਤ ਕੀਤਾ ਕਿ ਮਨੁੱਖਾ ਸਰੀਰਕ ਤੌਰ ਤੇ ਤੂੰ ਬੜਾ ਖਿਆਲ ਰੱਖਦਾ, ਪਰ ਆਪਣੀ ਅਧਿਆਤਮਿਕ ਜ਼ਿੰਦਗੀ ਲਈ ਤੂੰ ਕਿੰਨਾ ਕੁ ਸੁਚੇਤ ਹੈ, ਉਹਦੇ ਵਾਸਤੇ ਕਿੰਨਾ ਕੁ ਖਿਆਲ ਰੱਖਿਆ। ਕਦੇ ਸੋਚਿਆ ਵੀ ਉੱਥੇ ਤੇ ਤੂੰ ਪਲ ਪਲ ਇੱਕ ਇੱਕ ਕਦਮ ਦੇ ਉੱਤੇ ਜ਼ਹਿਰ ਦਾ ਸੇਵਨ ਪਿਆ ਕਰਦਾ ਹੈ, ਜ਼ਹਿਰ ਪਿਆ ਖਾਨਾ। ਕਦੇ ਸੁਚੇਤ ਹੋ ਕੇ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਨਹੀਂ ਸੋਚਿਆ, ਕਦੇ ਸੁਚੇਤ ਹੋ ਕੇ ਆਪਣੀ ਅਧਿਆਤਮਿਕ ਜੀਵਨ ਬਾਰੇ ਨਹੀਂ ਸੋਚਿਆ, ਅਧਿਆਤਮਿਕ ਲਾਈਫ, ਅਧਿਆਤਮਿਕ ਜ਼ਿੰਦਗੀ ਦੀ ਉਮਰ ਨੂੰ ਵਧਾਉਣ ਬਾਰੇ ਨਹੀਂ ਸੋਚਿਆ। ਉਹ ਤੇ ਨਿਤਾ ਪ੍ਰਤੀ ਘਟਾ ਕੇ ਬੈਠਾ ਔਰ ਕੱਟ ਰਹੀ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਸਭ ਤੋਂ ਪਹਿਲਾਂ ਕਹਿੰਦੇ ਮਾਇਆ ਭੁਯੰਗਮ ਸਰਪ ਹੈ। ਇੱਕ ਬੜਾ ਵੱਡਾ ਸੱਪ, ਨਾਗ ਹੈ, ਇਹ ਜੱਗ ਘੇਰਿਆ, ਇਹਨੇ ਸਾਰੇ ਦੇ ਸਾਰੇ ਜੱਗ ਨੂੰ ਘੇਰਿਆ ਹੋਇਆ। ਬਿਖ ਮਾਏ, ਹੇ ਮਾਏ, ਇਹਨੇ ਆਪਣੀ ਜ਼ਹਿਰ ਦੇ ਨਾਲ, ਇਸ ਸਰਪ ਨੇ, ਇਸ ਨਾਗ ਨੇ
ਜਾਂ ਇਸ ਵੱਡੇ ਜੋ ਭੁਯੰਗਮ ਨੇ ਸਾਰੇ ਦਾ ਸਾਰਾ ਸੰਸਾਰ ਘੇਰਿਆ ਹੋਇਆ, ਵਲ ਪਾਇਆ ਹੋਇਆ ਕਹਿ ਲੋ, ਉਹਨੂੰ ਗ੍ਰਸਣ ਵਾਸਤੇ, ਜਾਂ ਜਗਤ ਨੂੰ ਖਤਮ ਕਰਨ ਵਾਸਤੇ ਆਪਣੀ ਜ਼ਹਿਰ ਦੇ ਨਾਲ ਸਾਰੇ ਦਾ ਸਾਰਾ ਜਗਤ ਇਹਨੇ ਘੇਰਿਆ ਹੋਇਆ। ਔਰ ਕੋਈ ਟਾਵਾਂ ਹੀ ਹੈ ਜਿਹੜਾ ਇਸ ਸਰਪ ਦੇ ਵਿਛਾਏ ਜਾਲ ਤੋਂ ਜਾਂ ਇਸ ਭੁਯੰਗ ਦੇ ਵਿਛਾਏ ਹੋਏ ਜਾਲ ਤੋਂ ਆਪਣਾ ਆਪਾ ਬਚਾ ਸਕਿਆ। ਨਹੀਂ ਤੇ ਹਰ ਜੀਵ ਇਹਦੇ ਵਿੱਚ ਗ੍ਰਸਿਆ ਗਿਆ। ਸਤਿਗੁਰੂ ਜੀ ਨੇ ਨਾ ਇੱਕ ਬੜਾ ਪਿਆਰਾ ਜ਼ਿਕਰ ਕੀਤਾ ਬਾਣੀ ਦੇ ਅੰਦਰ। ਮਾਲਕ ਜੀ ਕਹਿੰਦੇ ਸਰਪਣੀ ਤੇ ਉੱਪਰ ਨਹੀਂ ਬਲਿਆ। ਵੇਖੋ ਹੁਣ ਇਹ ਐਡੀ ਕ ਬਲਵਾਨ ਹੈ, ਮਾਲਕ ਜੀ ਕਹਿੰਦੇ ਵੀ ਇਹਦੇ ਤੋਂ ਵੱਡਾ ਬਲ ਹੈ ਹੀ ਕੋਈ ਨਹੀਂ, ਕਿਉਂਕਿ ਇਹ ਇਕੱਲੇ ਇਨਸਾਨਾਂ ਨੂੰ ਨਹੀਂ ਲੁੱਟਦੀ, ਇਹ ਇਕੱਲੇ ਇਨਸਾਨਾਂ ਦਾ ਸੇਵਨ ਨਹੀਂ ਕਰਦੀ, ਇਹ ਇਕੱਲੇ ਇਨਸਾਨਾਂ ਨੂੰ ਹੀ ਨਹੀਂ ਗ੍ਰਸਦੀ, ਇਹਦੇ ਸਾਹਮਣੇ ਜਿਹੜਾ ਵੀ ਆਉਂਦਾ ਹੈ ਉਸੇ ਨੂੰ ਗ੍ਰਸ ਲੈਂਦੀ। ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ, ਇਹਨੇ ਉਹ ਵੀ ਨਹੀਂ ਛੱਡੇ ਜਿਨ੍ਹਾਂ ਨੂੰ ਸੰਸਾਰ ਨੇ ਦੇਵ ਮੰਨ ਕੇ ਪੂਜਿਆ, ਉਹਨਾਂ ਸਾਰਿਆਂ ਨੂੰ ਹੀ ਆਪਣੇ ਅਧੀਨ ਰੱਖ ਕੇ ਤੇ ਉਹਨਾਂ ਨੂੰ ਵੀ ਗ੍ਰਸ ਲਿਆ। ਸਰਪਣੀ ਤੇ ਉੱਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਫਿਰ ਮਾਲਕ ਜੀ ਕਹਿੰਦੇ ਕਿ ਹੁਣ ਇਹ ਜਿਹੜੀ ਸਰਪਣੀ ਹੈ ਨਾ, ਮਾਰ ਮਾਰ ਸਰਪਣੀ ਨਿਰਮਲ ਜਲ ਬੈਠੀ, ਜਿਨ ਤ੍ਰਿਭਵਨ ਡਸੀ ਅਲੇ ਗੁਰ ਪ੍ਰਸਾਦੀ ਡੀਠੀ। ਗੁਰੂ ਦੀ ਕਿਰਪਾ ਦੇ ਸਦਕਾ ਜਿੰਨੇ ਤਿੰਨਾਂ ਭਵਨਾਂ ਨੂੰ ਡਸਿਆ ਸੀ, ਮੈਂ ਉਹਨੂੰ ਵੇਖ ਲਿਆ, ਹੁਣ ਉਹ ਮੈਨੂੰ ਡਸ ਨਹੀਂ ਸਕਦੀ। ਇਹਨੂੰ ਮਾਰ ਲਿਆ। ਫਿਰ ਕਹਿੰਦੇ ਸਰਪਣੀ ਸਰਪਣੀ ਕਿਆ ਕਹੋ ਭਾਈ, ਵੀ ਤੂੰ ਕੀ ਸਰਪਣੀ ਸਰਪਣੀ ਆਖ ਰਿਹਾ? ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ। ਜਿਨੇ ਸੱਚ ਦੀ ਪਹਿਚਾਨ ਕਰ ਲਈ ਉਹੀ ਇਹਦੇ ਤੋਂ ਆਪਣਾ ਆਪਾ ਬਚਾ ਸਕਿਆ। ਨਹੀਂ ਤੇ ਇਹਦੇ ਸਾਹਮਣੇ ਜਿਹੜਾ ਵੀ ਆਇਆ ਸੱਚ ਦੀ ਪਹਿਚਾਨ ਤੋਂ ਬਿਨਾ, ਭਾਵ ਅਕਾਲ ਪੁਰਖ ਪਰਮੇਸ਼ਵਰ ਨਾਲ ਪ੍ਰੇਮ ਪਾਏ ਤੋਂ ਬਿਨਾ ਜਿਹੜਾ ਵੀ ਇਹਦੇ ਸਾਹਮਣੇ ਆਇਆ, ਇਹਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ। ਇਹ ਹਰ ਇੱਕ ਨੂੰ ਆਪਣਾ ਭੋਜਨ ਬਣਾਉਂਦੀ ਰਹੀ, ਹਰ ਇੱਕ ਨੂੰ ਆਪਣੇ ਤਾਕਤ ਦੇ ਸਦਕਾ ਉਹਨੂੰ ਗ੍ਰਸਦੀ ਰਹੀ। ਕਿਉਂਕਿ ਜਿਸ ਵੀ ਆਪਾਂ ਸ਼ਖਸ ਦੀ ਗੱਲ ਕਰਾਂਗੇ ਨਾ, ਜਿਸ ਸ਼ਖਸੀਅਤ ਦੀ ਬਾਤ ਕਰਾਂਗੇ, ਉਹ ਕਿਸੇ ਨਾ ਕਿਸੇ ਕਾਰਨ ਕਰਕੇ ਤੇ ਇਹਦੇ ਵੱਲੋਂ ਛਲਿਆ ਹੀ ਜਾਂਦਾ ਹੈ। ਜ਼ਰੂਰੀ ਨਹੀਂ ਕਿ 4 ਰੁਪਈਏ ਹੋਣਗੇ ਤੇ ਮੈਨੂੰ ਉਹੀ ਛਲ ਸਕਦੇ ਨੇ। ਹੋ ਸਕਦਾ ਕੋਈ ਹੋਰ ਵਸਤੂ ਪਦਾਰਥ ਐਸਾ ਹੋਵੇ ਜਿਹਦੇ ਪ੍ਰਤੀ ਮੇਰੇ ਮਨ ਵਿੱਚ ਲਾਲਸਾ ਪੈਦਾ ਹੋਵੇ ਤੇ ਉਹ ਪਦਾਰਥ ਹੀ ਮੈਨੂੰ ਛਲ ਲਵੇ। ਹੋ ਸਕਦਾ ਮੇਰੇ ਪਰਿਵਾਰ ਦਾ ਮੋਹ, ਮੈਂ ਉਹਦੇ ਵਿੱਚ ਫਸਿਆ ਹੀ ਛਲਿਆ ਜਾਵਾਂ। ਹੋ ਸਕਦਾ ਸੰਸਾਰਕ ਪਦਾਰਥਾਂ ਵਸਤੂਆਂ ਦੇ ਮੋਹ ਵਿੱਚ ਫਸਿਆ ਮੈਂ ਛਲਿਆ ਜਾਵਾਂ। ਕੋਈ ਵੀ ਵਸਤੂ ਪਦਾਰਥ ਐਸਾ ਹੋ ਸਕਦਾ ਜਿਹਦੀ ਲਾਲਸਾ ਕਰਕੇ ਜੀਵ ਛਲਿਆ ਜਾਵੇ ਤੇ ਇਹਦੇ ਹੱਥੋਂ ਉਹ ਲੁੱਟਿਆ ਜਾਵੇ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਆਖਦੇ, ਕਹਿੰਦੇ ਇਹ ਬੜੀ ਵੱਡਾ ਭੁਯੰਗ, ਬੜਾ ਵੱਡਾ ਸਰਪ ਹੈ ਜਿਹਨੇ ਸਾਰੇ ਦੇ ਸਾਰੇ ਜਗਤ ਨੂੰ ਛਲਿਆ ਹੋਇਆ ਤੇ ਆਪਣੇ ਅਧੀਨ ਕੀਤਾ ਹੋਇਆ। ਔਰ ਇੰਨਾ ਕੁ ਵੱਡਾ ਮਾਲਕ ਪਾਤਸ਼ਾਹ ਨੇ ਬਾਣੀ ਵਿੱਚ ਆਖਿਆ, ਕਹਿੰਦੇ ਬਾਬਾ ਮਾਇਆ ਰਚਨਾ ਧੋ, ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਇਹ ਜਿਹੜਾ ਸੰਸਾਰਕ ਤੌਰ ਉੱਤੇ ਮਾਇਆ ਨੂੰ ਰੱਬ ਨੇ ਬਣਾਇਆ ਨਾ, ਇੱਕ ਬੜਾ ਵੱਡਾ ਧਰੋ ਹੈ, ਇੱਕ ਬੜਾ ਵੱਡਾ ਫਰੇਬ ਹੈ। ਤੇ ਇਸ ਫਰੇਬ ਵਿੱਚ ਫਸੇ ਹੋਏ ਜੀਵ ਨੇ ਅੰਧੇ ਨਾਮ ਵਿਸਾਰਿਆ, ਰੱਬੀ ਯਾਦ ਨੂੰ ਹੀ ਇਹਨੇ ਭੁਲਾ ਦਿੱਤਾ। ਨਾ ਤਿਸ ਇਹ ਨਾ ਉਹ, ਨਾ ਇਹਨੂੰ ਮਾਇਆ ਕਿਸੇ ਪ੍ਰਕਾਰ ਇਹਦੀ ਸਹਾਇਕ ਬਣ ਸਕੀ। ਤੇ ਜਦੋਂ ਰੱਬੀ ਨਾਮ ਨੂੰ ਯਾਦ ਨੂੰ ਸੰਭਾਲਿਆ ਹੀ ਨਾ, ਤੇ ਉਹ ਰੱਬੀ ਯਾਦ ਨੇ, ਉਹਦੇ ਨਾਮ ਨੇ ਵੀ ਸਹਾਇਕ ਕਿਵੇਂ ਬਣਨਾ? ਨਾ ਇਸ ਪਾਸੇ ਜੋਗਾ ਰਿਹਾ ਤੇ ਨਾ ਉਸ ਪਾਸੇ ਜੋਗਾ, ਦੋਵੇਂ ਪਾਸੇ ਹੀ ਗਵਾਲੇ। ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਮਾਲਕ ਕਹਿੰਦੇ ਇਹ ਅੰਨਾ ਹੋਇਆ ਜੀਵ ਆਪਣੀ ਜ਼ਿੰਦਗੀ ਏਦਾਂ ਹੀ ਲੰਘਾ ਦਿੰਦਾ। ਇੱਕ ਪਾਵਨ ਬਚਨ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਇਹ ਜਿਹੜੀ ਮਾਇਆ ਨਾ, ਇੱਕ ਬੜਾ ਵੱਡਾ ਨਾਗ ਬਣ ਕੇ ਜਗਤ ਨੂੰ ਲਿਪਟੀ ਹੋਈ, ਔਰ ਸਾਰਾ ਦਾ ਸਾਰਾ ਜਗਤ ਇਹਦੇ ਵਿੱਚ ਫਸਿਆ ਪਿਆ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ।
ਹੁਣ ਇਹਦੀ ਜਿਹੜਾ ਸੇਵਾ ਕਰ ਰਿਹਾ ਉਸੇ ਨੂੰ ਹੀ ਇਹ ਖਾ ਰਹੀ ਹੈ। ਤੇ ਮਾਲਕ ਨੇ ਨਾਲ ਫਿਰ ਇੱਕ ਜ਼ਿਕਰ ਕੀਤਾ, ਕਹਿੰਦੇ ਗੁਰਮੁਖ ਕੋਈ ਗਾਰੜੂ ਜਿਨ ਮਲ ਦਲ ਲਾਈ ਪਾਏ। ਕੋਈ ਐਸਾ ਗੁਰੂ ਵਾਲਾ ਹੋਵੇ ਜਿਹਦੇ ਕੋਲ ਗਾਰੂੜੀ ਮੰਤਰ ਗੁਰੂ ਕਾ ਸ਼ਬਦ ਹੋਵੇ ਤੇ ਉਸ ਗੁਰੂ ਕੇ ਸ਼ਬਦ ਸਦਕਾ ਉਹਨੇ ਇਹਦੇ ਉੱਤੇ ਆਪਣਾ ਕਾਬੂ, ਆਪਣਾ ਜ਼ੋਰ ਪਾ ਲਿਆ ਹੋਵੇ, ਇਹਨੂੰ ਮਲ ਲਿਆ ਹੋਵੇ, ਇਹਨੂੰ ਦਲ ਲਿਆ ਹੋਵੇ, ਉਹ ਬਾਤ ਵੱਖਰੀ ਹੈ। ਜਿਹਦੇ ਕੋਲ ਗਾਰੂੜੀ ਮੰਤਰ ਹੈ ਉਹ ਸਰਪ ਦੇ ਡੰਗ ਤੋਂ ਆਪਣਾ ਆਪਾ ਬਚਾ ਸਕਦਾ। ਜਿਹਦੇ ਕੋਲ ਗਾਰੂੜੀ ਮੰਤਰ ਹੈ ਉਹ ਜ਼ਹਿਰ ਤੋਂ ਆਪਣਾ ਆਪਾ ਬਚਾ ਸਕਦਾ। ਤੇ ਜਿਹਦੇ ਕੋਲ ਗੁਰੂ ਕਾ ਸ਼ਬਦ ਹੈ ਉਹ ਮਾਇਆ ਦੇ ਡਸੇ ਜਾਣ ਤੋਂ ਆਪਣਾ ਆਪਾ ਬਚਾ ਸਕਦਾ। ਨਹੀਂ ਤੇ ਹਰ ਇੱਕ ਸੰਸਾਰਿਕ ਜੀਵ ਇਹਦੇ ਹੱਥੋਂ ਡਸਿਆ ਜਾ ਰਿਹਾ ਤੇ ਉਹ ਹਰ ਇੱਕ ਸੰਸਾਰਿਕ ਜੀਵ ਨੂੰ ਆਪਣਾ ਭੋਜਨ ਬੜੇ ਚੰਗੇ ਢੰਗ ਨਾਲ ਬਣਾ ਲੈਂਦੀ ਤੇ ਬੜੇ ਸੁਖਾਲੇ ਜਿਹੇ ਤਰੀਕੇ ਨਾਲ ਜੀਵ ਖਾਧਾ ਜਾਂਦਾ ਹੈ। ਫਿਰ ਮਾਲਕ ਪਾਤਸ਼ਾਹ ਬੋਲੇ, ਸਤਿਗੁਰੂ ਕਹਿੰਦੇ ਕਿ ਇਹ ਮਾਇਆ ਜਿਹੜੀ ਨਾ ਇੱਕ ਬੜਾ ਵੱਡਾ ਸਰਪ ਹੈ ਔਰ ਇਹ ਮਮਤਾ ਇੰਨੀ ਕੁ ਮੋਹਣੀ ਹੈ ਕਿ ਇਹ ਬਿਨਾਂ ਦੰਦਾਂ ਤੋਂ ਹੀ ਜੱਗ ਨੂੰ ਸਾਰੇ ਦੇ ਸਾਰੇ ਨੂੰ ਖਾ ਰਹੀ। ਜਿਹਨੂੰ ਮਾਲਕ ਨੇ ਆਖਿਆ ਨਾ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸੱਚ ਨਾਮ ਚਿੱਤ ਲਾਇਆ। ਜਿਨ੍ਹਾਂ ਨੇ ਸੱਚੇ ਨਾਮ ਨਾਲ ਆਪਣਾ ਚਿੱਤ ਜੋੜ ਲਿਆ ਉਹ ਉੱਭਰ ਗਏ, ਉਹ ਬਚ ਗਏ। ਤੇ ਜਿਨ੍ਹਾਂ ਨੇ ਆਪਣੇ ਮਨ ਪਿੱਛੇ ਲੱਗ ਕੇ ਸਮਾਂ ਵਿਅਤੀਤ ਕੀਤਾ, ਮਨਮੁਖ ਖਾਦੇ, ਉਹ ਸਾਰੇ ਦੇ ਸਾਰੇ ਖਾਦੇ ਗਏ, ਉਹ ਸਾਰੇ ਹੀ ਮਾਰੇ ਗਏ। ਅੱਜ ਗੁਰੂ ਸਾਹਿਬ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਮਾਇਆ ਭੁਯੰਗਮ ਸਰਪ ਹੈ। ਇਹ ਬੜਾ ਵੱਡਾ ਸਰਪ ਹੈ, ਜੱਗ ਘੇਰਿਆ ਬਿਖ ਮਾਏ। ਇਹਨੇ ਸਾਰੇ ਦੇ ਸਾਰੇ ਜਗਤ ਨੂੰ ਘੇਰਿਆ ਹੋਇਆ ਤੇ ਸਾਰੇ ਦਾ ਸਾਰਾ ਜਗਤ ਜਿਹੜਾ ਨਾ ਉਹ ਇਹਦੇ ਹੱਥੋਂ ਖਾਧਾ ਜਾ ਰਿਹਾ ਹੈ। ਸਾਰੇ ਦੇ ਸਾਰੇ ਜਗਤ ਨੂੰ ਇਹਨੇ ਆਪਣੇ ਅਧੀਨ ਕੀਤਾ ਹੋਇਆ। ਇੱਕ ਨਾ ਭਗਤ ਸਾਹਿਬ ਦਾ ਬਾਣੀ 'ਚ ਬੜਾ ਪਿਆਰਾ ਜ਼ਿਕਰ ਹੈ, ਉਹਦੇ ਵਿੱਚ ਨਾ ਉਹਨਾਂ ਜ਼ਿਕਰ ਕੀਤਾ, ਕਹਿੰਦੇ ਮਾਇਆ ਮੋਹ ਮਨ ਆਗਲੜਾ ਪ੍ਰਾਨੀ ਜਰਾ ਮਰਨ ਭਉ ਵਿਸਰ ਗਿਆ। ਕਿੰਨਾ ਜ਼ਿਆਦਾ ਮੋਹ ਵਿੱਚ ਫਸਿਆ ਹੋਇਆ ਕਿ ਇਹਨੂੰ ਮੌਤ ਤੱਕ ਦਾ ਡਰ ਵੀ ਭੁੱਲ ਗਿਆ, ਬੁਢਾਪੇ ਦਾ ਡਰ ਵੀ ਭੁੱਲ ਗਿਆ। ਇੰਨਾ ਕੁ ਜ਼ਿਆਦਾ ਮਾਇਆ ਦੇ ਮੋਹ ਵਿੱਚ ਫਸ ਗਿਆ, ਇੰਨਾ ਕੁ ਜ਼ਿਆਦਾ ਗਰਸਿਆ ਗਿਆ। ਮਾਇਆ ਮੋਹ ਮਨ ਆਗਲੜਾ ਪ੍ਰਾਨੀ ਜਰਾ ਮਰਨ ਭਉ ਵਿਸਰ ਗਿਆ। ਹਰ ਇੱਕ ਚੀਜ਼ ਦਾ ਡਰ, ਹਰ ਇੱਕ ਪਦਾਰਥ ਦਾ, ਹਰ ਇੱਕ ਤਰ੍ਹਾਂ ਦਾ ਭਉ ਇਹਦੇ ਮਨ ਚੋਂ ਵਿਸਰ ਗਿਆ। ਮਾਇਆ ਲਈ ਇਹ ਇਨਸਾਨ ਮਰਨ ਤੇ ਮਾਰਨ ਤੋਂ ਵੀ ਕਦੇ ਨਹੀਂ ਡਰਿਆ। ਕਿਸੇ ਭੈੜੇ ਕਰਮ ਨੂੰ ਕਮਾਉਣ ਲੱਗਾ ਵੀ ਮਾਇਆ ਖਾਤਰ ਇਹ ਨਹੀਂ ਡਰਿਆ। ਇੱਥੋਂ ਤੱਕ ਵੀ ਇਹਨੇ ਆਪਣੇ ਜੀਵਨ ਵਿੱਚੋਂ ਡਰ ਭੁਲਾ ਦਿੱਤਾ ਕਿ ਮੈਂ ਇਸੇ ਮਾਇਆ ਕਰਕੇ ਜ਼ਿੰਦਗੀ ਜਿਹੜੀ ਉਹਨੂੰ ਅਜਾਈ ਲੰਘਾ ਰਿਹਾ, ਪਰ ਬੁਢੇਪੇ ਨੇ ਜਦੋਂ ਆ ਕੇ ਘੇਰ ਲਿਆ ਨਾ ਤੇ ਉਦੋਂ ਮੇਰੀ ਇਸ ਮਾਇਆ ਨੇ ਵੀ ਮੇਰਾ ਸਾਥ ਨਹੀਂ ਦੇਣਾ। ਔਰ ਜਿੱਦਣ ਮੌਤ ਨੇ ਆ ਕੇ ਘੇਰਾ ਪਾਇਆ ਤੇ ਇਸ ਮਾਇਆ ਨੇ ਮੈਨੂੰ ਉਦਣ ਵੀ ਨਹੀਂ ਛਡਾਉਣਾ। ਪਰ ਇਹ ਇੰਨਾ ਕੁ ਜ਼ਿਆਦਾ ਮੋਹ ਵਿੱਚ ਫਸ ਗਿਆ, ਇੰਨਾ ਕੁ ਜ਼ਿਆਦਾ ਇਹਦੇ ਵਿੱਚ ਖਚਤ ਹੋ ਗਿਆ ਕਿ ਆਪਣਾ ਆਪਾ ਗਰਸੇ ਜਾਣ ਤੋਂ ਇਹ ਰੋਕ ਹੀ ਨਾ ਸਕਿਆ। ਇਸੇ ਹੱਥੋਂ ਖਾਧਾ ਗਿਆ, ਇਸੇ ਹੱਥੋਂ ਮਾਰਿਆ ਗਿਆ ਤੇ ਜੀਵ ਦੀ ਅਧਿਆਤਮਿਕ ਮੌਤ ਇਹ ਸਦਾ ਹੀ ਸਹੇੜ ਕੇ ਬੈਠਾ ਰਿਹਾ। ਮਾਲਕ ਜੀ ਨੇ ਆਖਿਆ, ਕਹਿੰਦੇ ਇਹਨੇ ਕਿਸੇ ਪ੍ਰਕਾਰ ਵੀ ਜੀਵ ਨੂੰ ਬਖਸ਼ਿਆ ਨਹੀਂ, ਭਾਵੇਂ ਕੋਈ ਚੰਗਾ ਤੇ ਭਾਵੇਂ ਕੋਈ ਮੰਦਾ, ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਫਕੀਰ ਹੈ ਤੇ ਭਾਵੇਂ ਕੋਈ ਬਾਦਸ਼ਾਹ। ਇਹਨੇ ਬਖਸ਼ਿਆ ਕਿਸੇ ਨੂੰ ਵੀ ਨਹੀਂ। ਇਹਨੇ ਹਰ ਆਪਣੀ ਤਾਕਤ ਦੇ ਨਾਲ, ਆਪਣੀ ਹਰ ਕਿਸਮ ਦੀ ਬਲ, ਆਪਣੇ ਹਰ ਕਿਸਮ ਦੀ ਤਾਕਤ ਨਾਲ ਹਰ ਜੀਵ ਨੂੰ ਇਹ ਠੱਗਣ ਦੀ ਸਮਰੱਥਾ ਰੱਖਦੀ ਹੈ ਤੇ ਹਰ ਜੀਵ ਇਹਦੇ ਹੱਥੋਂ ਠੱਗਿਆ ਜਾਂਦਾ। ਖਿਆਲ ਰੱਖਿਓ, ਤਿਆਗੀ ਤਿਆਗ ਕਰਕੇ ਵੀ ਠੱਗਿਆ ਗਿਆ, ਜੋਗੀ ਜੋਗ ਕਮਾ ਕੇ ਵੀ ਲੁੱਟਿਆ ਗਿਆ, ਗ੍ਰਸਥੀ ਗ੍ਰਸਥ ਵਿੱਚ ਰਹਿੰਦਾ ਲੁੱਟਿਆ ਗਿਆ ਤੇ ਆਪਣੇ ਆਪ ਨੂੰ ਭਲਾ ਪੁਰਸ਼ ਅਖਵਾਉਣ ਵਾਲਾ ਉਸੇ ਭਲਾਈ ਕਰਕੇ ਹੀ ਲੁੱਟਿਆ ਗਿਆ। ਹੁਣ ਖਿਆਲ ਵੇਖੋ ਨਾ, ਇੱਕ ਭਲਾ ਪੁਰਸ਼ ਜਿਹੜਾ ਨਿਤਾ ਪ੍ਰਤੀ ਭਲਾਈ ਕਰਨ ਦੀ ਸੋਚ ਰੱਖਦਾ ਹੈ, ਉਹ ਇਸ ਹੱਥੋਂ ਹੀ ਲੁੱਟਿਆ ਜਾ ਰਿਹਾ ਕਿ ਮੇਰੇ ਵਰਗਾ ਭਲਾ ਕਿੱਥੇ ਹੈ। ਇਹ ਵੀ ਇੱਕ ਮਾਇਆ ਦਾ ਸਰੂਪ ਹੀ ਹੈ। ਜਦੋਂ ਜਿਸ ਕਰਮ ਕਰਕੇ ਅਸੀਂ ਰੱਬੀ ਯਾਦ, ਰੱਬੀ ਚਿੰਤਨ ਭੁੱਲ ਜਾਈਏ, ਉਹ ਕੋਈ ਹੋਰ ਵਸਤੂ ਜਾਂ ਪਦਾਰਥ ਨਹੀਂ, ਉਸੇ ਨੂੰ ਗੁਰਬਾਣੀ ਨੇ ਮਾਇਆ ਆਖਿਆ
ਤੇ ਉਹ ਇੱਕ ਸਰਪ ਬਣ ਕੇ ਸਾਡੀ ਜ਼ਿੰਦਗੀ 'ਚ ਆਈ ਤੇ ਉਹਨੇ ਆਪਣਾ ਜ਼ਹਿਰ ਦਾ ਡੰਗ ਹੁਣ ਸਾਨੂੰ ਮਾਰ ਲਿਆ। ਉਹ ਜ਼ਹਿਰ ਦੇ ਡੰਗ ਨੇ ਹੁਣ ਅਸਰ ਹੌਲੀ ਹੌਲੀ ਕਰਨਾ, ਕਿਸੇ ਤੇ ਉਹ ਅਸਰ ਛੇਤੀ ਕਰ ਜਾਂਦੀ, ਕਿਸੇ ਤੇ ਉਹ ਅਸਰ ਥੋੜੀ ਦੇਰ ਬਾਅਦ ਕਰਦੀ ਹੈ। ਪਰ ਜਿਹਨੂੰ ਵੀ ਮਾਇਆ ਨੇ ਡੰਗਿਆ ਉਹ ਕਦੇ ਬਚਿਆ ਨਹੀਂ, ਉਹ ਆਪਣੀ ਅਧਿਆਤਮਿਕ ਮੌਤੇ ਮਰੀ ਜਾਂਦਾ, ਜਿਹਨੂੰ ਵੀ ਆ ਕੇ ਇਹ ਗਰਸ ਲੈਂਦੀ ਹੈ। ਸਤਿਗੁਰੂ ਆਖਦੇ ਕਿ ਮਾਇਆ ਭੁਯੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ। ਸਾਰੇ ਦੇ ਸਾਰਾ ਜਗਤ ਇਹਨੇ ਘੇਰਿਆ ਹੋਇਆ ਤੇ ਜਗਤ ਸੱਚਮੁੱਚ ਇਹਦੇ ਵਿੱਚ ਗਰਸਿਆ ਪਿਆ। ਫਕੀਰ ਜਿਹੜਾ ਨਾ ਉਹ ਫਕੀਰੀ ਕਮਾਉਂਦਾ ਵੀ ਇਹਦੇ ਵਿੱਚ ਗਰਸਿਆ ਗਿਆ। ਉਹਨੇ ਫਕੀਰੀ ਕਮਾਈ ਇਸੇ ਕਰਕੇ ਕਿ 4 ਟਕੇ ਉਹ ਜੋੜ ਸਕੇ ਜਾਂ 4 ਰੁਪਈਆਂ ਨੂੰ ਆਪਣੇ ਉਹ ਪੱਲੇ ਰੱਖ ਸਕੇ। ਉਹ ਫਕੀਰੀ ਇਸੇ ਕਰਕੇ ਕਮਾ ਰਿਹਾ। ਸਤਿਗੁਰੂ ਜੀ ਫਿਰ ਆਖਦੇ, ਕਹਿੰਦੇ ਜਿੱਥੇ ਇਹ ਬੜਾ ਵੱਡਾ ਸਰਪ ਹੈ ਨਾ, ਹੁਣ ਇਹ ਨਹੀਂ ਕਿ ਕੋਈ ਇਲਾਜ ਨਹੀਂ ਹੈ। ਜਿਵੇਂ ਆਪ ਜੀ ਦੇ ਸਨਮੁਖ ਮੈਂ ਪਹਿਲੋਂ ਬੇਨਤੀ ਕੀਤੀ ਕਿ ਸਰਪ ਜਦੋਂ ਡਸਦਾ ਹੈ ਨਾ ਤੇ ਉਹਦੀ ਜ਼ਹਿਰ ਦਾ ਇੱਕ ਇਲਾਜ ਹੈ ਜੋ ਗਾਰੂੜੀ ਮੰਤਰ ਮੰਨਿਆ ਜਾਂਦਾ। ਗਰੁੜ ਦਾ ਹਮੇਸ਼ਾ ਸੱਪ ਨਾਲ ਵੈਰ ਰਿਹਾ। ਗਰੁੜ ਦਾ ਸੱਪ ਕੁਛ ਵੀ ਵਿਗਾੜ ਨਹੀਂ ਸਕਦਾ, ਉਹ ਜਦੋਂ ਚਾਹੇ ਆਪਣਾ ਭੋਜਨ ਸੱਪ ਨੂੰ ਬਣਾ ਲੈਂਦਾ। ਹੁਣ ਗਾਰੂੜੀ ਮੰਤਰ ਹੈ ਜੋ ਵੇਦ ਜਾਂ ਪੁਰਾਣ ਮੰਨਦੇ ਕਿ ਉਸ ਗਾਰੂੜੀ ਮੰਤਰ ਦੇ ਨਾਲ ਸੱਪ ਦੀ ਜ਼ਹਿਰ ਦਾ ਤੋੜ ਹੈ। ਉਹਦੀ ਜ਼ਹਿਰ ਵੀ ਅਸਰ ਉਦੋਂ ਨਹੀਂ ਕਰਦੀ ਜਦੋਂ ਮੁਖ ਵਿੱਚ ਗਾਰੂੜੀ ਮੰਤਰ ਹੋਵੇ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਦੀ ਦੂਸਰੀ ਪੰਕਤੀ ਵਿੱਚ ਆਖਿਆ, ਕਹਿੰਦੇ ਬਿਖ ਕਾ ਮਾਰਨ ਹਰ ਨਾਮ ਹੈ। ਹੁਣ ਉਹ ਜ਼ਹਿਰ, ਜਿਸ ਜ਼ਹਿਰ ਦੇ ਹੱਥੋਂ ਜੀਵ ਮਰ ਰਿਹਾ ਤੇ ਜਿਸ ਜ਼ਹਿਰ ਦੇ ਹੱਥੋਂ ਨਿਤਾ ਪ੍ਰਤੀ ਜੀਵ ਆਪਣੀ ਅਧਿਆਤਮਿਕ ਮੌਤ ਮਰ ਰਿਹਾ, ਅਧਿਆਤਮਿਕ ਜ਼ਿੰਦਗੀ ਤੋਂ ਕੋਹਾਂ ਦੂਰ ਜਾਂਦਾ ਰਿਹਾ, ਉਸ ਜ਼ਹਿਰ ਨੂੰ ਮਾਰਨ ਦੇ ਲਈ ਹਰ ਨਾਮ ਹੈ। ਰੱਬ ਦਾ ਨਾਮ ਗੁਰ ਗਰੁੜ ਸ਼ਬਦ ਮੁਖ ਪਾਏ। ਤੇ ਉਹ ਮਿਲਦਾ ਕਿੱਥੋਂ ਹੈ? ਜਦੋਂ ਗੁਰੂ ਕਿਰਪਾ ਕਰਕੇ ਰੱਬ ਦਾ ਨਾਮ ਰੂਪੀ ਗਾਰੂੜੀ ਮੰਤਰ, ਰੱਬ ਦਾ ਸ਼ਬਦ ਰੂਪੀ ਗਾਰੂੜੀ ਮੰਤਰ ਸਾਨੂੰ ਦੇ ਦਿੰਦਾ ਤੇ ਉਦੋਂ ਮਾਇਆ ਦੀ ਜ਼ਹਿਰ ਤੋਂ ਫਿਰ ਅਸੀਂ ਆਪਣਾ ਆਪਾ ਬਚਾ ਲੈਨੇ ਆ। ਉਹ ਮੰਤਰ ਜਿਹੜਾ ਮਾਇਆ ਦੀ ਜ਼ਹਿਰ ਨੂੰ ਖਤਮ ਕਰਨ ਵਾਲਾ, ਜੋ ਗੁਰੂ ਕੋਲੋਂ ਮਿਲਣਾ, ਜਿਨੇ ਮਾਇਆ ਵਾਲੇ ਪਾਸੇ ਤੋਂ ਸਾਨੂੰ ਸੁਚੇਤ ਕਰ ਦੇਣਾ, ਉਹੀ ਗਾਰੂੜੀ ਮੰਤਰ ਹੈ ਨਾ, ਜਿਹਨੂੰ ਬਾਬਾ ਕਬੀਰ ਸਾਹਿਬ ਨੇ ਆਖਿਆ ਸੀ ਕਿ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਹੁਣ ਤਿੰਨੇ ਲੋਕ ਤੇ ਇਹਨੂੰ ਬੜਾ ਪ੍ਰੇਮ ਕਰਦੇ, ਪਰ ਜਿਹੜੇ ਰੱਬੀ ਪ੍ਰੇਮ ਵਿੱਚ ਭਿੱਜੇ ਹੋਏ ਉਹਨਾਂ ਕੋਲ ਗਾਰੂੜੀ ਮੰਤਰ ਹੈ ਤੇ ਉਹ ਗਾਰੂੜੀ ਮੰਤਰ ਦੇ ਸਦਕਾ ਇਹਦੇ ਤੋਂ ਆਪਣਾ ਕਰਮ ਤੇ ਕਰਵਾ ਲੈਂਦੇ, ਕਾਰਜ ਤੇ ਸਵਾਰ ਲੈਂਦੇ ਨੇ। ਪਰ ਇਹ ਉਹਦੇ ਹੱਥੋਂ ਡਸੇ ਨਹੀਂ ਜਾਂਦੇ, ਉਹਦੇ ਹੱਥੋਂ ਲੁੱਟੇ ਨਹੀਂ ਜਾਂਦੇ। ਮਾਇਆ ਨੂੰ ਸੱਪ ਇਸੇ ਕਰਕੇ ਆਖਿਆ ਕਿਉਂਕਿ ਇਸ ਕੀ ਸੇਵਾ ਜੋ ਕਰੇ, ਜਿਹੜਾ ਇਹਦੀ ਸੇਵਾ ਕਰਦਾ, ਇਹ ਉਸੇ ਨੂੰ ਹੀ ਗਰਸਣ ਤੋਂ ਕਦੇ ਗੁਰੇਜ਼ ਨਹੀਂ ਕਰਦੀ। ਇਹ ਨਹੀਂ ਕਿ ਜਿਹੜੇ ਜੀਵ ਨੇ ਇਹਨੂੰ ਸੰਭਾਲ ਰੱਖਿਆ ਉਹਨੂੰ ਇਹਨੇ ਛੱਡ ਦਿੱਤਾ, ਬਖਸ਼ ਦਿੱਤਾ। ਜਿੰਨੇ ਇਹਨੂੰ ਵੱਧ ਸਾਂਭ ਕੇ ਰੱਖਿਆ ਇਹਨੇ ਉਸੇ ਨੂੰ ਹੀ ਡੰਗ ਮਾਰਿਆ, ਉਹੀ ਲੁੱਟਿਆ ਗਿਆ। ਮਾਲਕ ਜੀ ਨੇ ਬਾਣੀ ਚ ਆਖਿਆ ਨਾ, ਕਹੋ ਬਿਸੀਅਰ ਕੋ दूध ਪਿਆਏ ਉਸ ਤੇ ਕਹੋ ਕਵਣ ਵੱਲ ਪਾਏ। ਵੀ ਜੇ ਅਸੀਂ ਸੱਪ ਨੂੰ ਦੁੱਧ ਦਿਨ ਰਾਤ ਵੀ ਪਿਆਉਂਦੇ ਰਹੀਏ ਤੇ ਸੱਪ ਕਦੇ ਜਾਨ ਬਖਸ਼ੇਗਾ ਨਹੀਂ। ਉਹ ਮੌਕੇ ਦੀ ਤਲਾਸ਼ ਵਿੱਚ ਹੈ ਕਿ ਕਦੋਂ ਉਹ ਸਾਡੇ ਉਹਦਾ ਮੌਕਾ ਲੱਗੇ, ਕਦੋਂ ਉਹਦਾ ਸਬੱਬ ਬਣੇ ਤੇ ਸਾਨੂੰ ਡੰਗ ਮਾਰੇ। ਇਹ ਨਹੀਂ ਕਿ ਸਰਪ ਨੂੰ ਅਸੀਂ ਦੁੱਧ ਪਿਆਇਆ ਤੇ ਉਹ ਸਾਨੂੰ ਬਖਸ਼ ਦੇਗਾ। ਹੁਣ ਜਿੰਨੇ ਮਾਇਆ ਨੂੰ ਸੰਭਾਲਿਆ, ਮਾਇਆ ਨੇ ਉਹਨੂੰ ਬਖਸ਼ਿਆ ਨਹੀਂ, ਕਿਉਂਕਿ ਲਾਲਸਾ ਦਿਨਾਂ ਪ੍ਰਤੀ ਦਿਨ ਵੱਧਦੀ ਗਈ। ਮਾਲਕ ਜੀ ਦੀ ਬਾਣੀ ਨੇ ਆਖਿਆ ਕਿ ਇਹ ਐਸਾ ਇੱਕ ਨਸ਼ਾ ਹੈ ਜੋ ਜੀਵ ਨੂੰ ਲੱਗ ਜਾਂਦਾ, ਇੱਕ ਐਸਾ ਮਦ ਹੈ ਕਿ ਇਸ ਮਦ ਵਿੱਚ ਫਸਿਆ ਹੋਇਆ ਜੀਵ ਜਿਹੜਾ ਵੀ ਹੈ, ਭਾਵੇਂ ਉਹ ਥੋੜੀ ਵਾਲਾ ਤੇ ਭਾਵੇਂ ਬਹੁਤੀ ਵਾਲਾ, ਉਹ ਫਸਿਆ ਇਸੇ ਵਿੱਚ ਹੀ ਰਹਿ ਜਾਂਦਾ। ਤੇ ਜਿਹਦੇ ਘਰ ਵਿੱਚ ਬਹੁਤੀ ਹੈ ਉਹਨੂੰ ਇਹ ਚਿੰਤਾ ਬਣੀ ਰਹਿੰਦੀ ਕਿ ਮੈਂ ਸਾਂਭਾਂ ਕਿਵੇਂ, ਤੇ ਜਿਸ ਘਰ ਵਿੱਚ ਥੋੜੀ ਹੈ ਉਹਨੂੰ ਇਹ ਚਿੰਤਾ ਬਣੀ ਰਹਿੰਦੀ ਮੈਂ ਕਮਾਵਾਂ ਕਿਵੇਂ। ਪਰ ਮੁਕਤਾ ਦੋਵਾਂ ਤੋਂ ਕੋਈ ਵੀ ਨਹੀਂ, ਨਾ ਬਹੁਤੀ ਵਾਲਾ ਤੇ ਨਾ ਥੋੜੀ ਵਾਲਾ। ਥੋੜੀ ਵਾਲੇ ਨੂੰ ਚਿੰਤਾ ਕਮਾਉਣ ਦੀ,
ਬਹੁਤੀ ਵਾਲੇ ਨੂੰ ਚਿੰਤਾ ਸੰਭਾਲਣ ਦੀ। ਤੇ ਮਾਲਕ ਨੇ ਫਿਰ ਤੀਜੇ ਸ਼ਖਸ ਦੀ ਗੱਲ ਕੀਤੀ। ਸਤਿਗੁਰੂ ਕਹਿੰਦੇ ਜਿਹੜਾ ਬਹੁਤੀ ਤੇ ਥੋੜੀ ਦੋਵਾਂ ਤੋਂ ਉੱਪਰ ਉੱਠਿਆ ਨਾ, ਬਸ ਉਹੀ ਬਚਿਆ, ਬਾਕੀ ਸਾਰੇ ਹੀ ਗਰਸੇ ਗਏ। ਮਾਲਕ ਜੀ ਦੀ ਬਾਣੀ ਵਿੱਚ ਬਚਨ ਸਤਿਗੁਰੂ ਆਖਦੇ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਭ੍ਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਸੁਹੇਲਾ ਤੇ ਉਹ ਹੀ ਹੈ ਜਿਨੇ ਆਪਣੀ ਸੁਰਤ ਨੂੰ ਤੇ ਆਪਣੀ ਮਤ ਨੂੰ ਦੋਵਾਂ ਅਵਸਥਾਵਾਂ ਤੋਂ ਉੱਚੀਆਂ ਚੁੱਕ ਲਿਆ। ਨਾ ਉਹ ਬਹੁਤੀ ਵਾਲੇ ਪਾਸੇ ਭੱਜਿਆ ਤੇ ਨਾ ਥੋੜੀ ਕਰਕੇ ਉਹ ਦੌੜਨ ਲੱਗਿਆ, ਥੋੜੀ ਕਰਕੇ ਉਹਨਾਂ ਆਪਣਾ ਸਹਿਜ ਗਵਾਇਆ। ਜਿਨੇ ਥੋੜੀ ਔਰ ਬਹੁਤੀ ਦੀ ਚਿੰਤਾ ਛੱਡ ਕੇ ਆਪਣੇ ਆਪ ਨੂੰ ਮੁਕਤ ਕਰ ਲਿਆ, ਉਪਰਾਮ ਕਰ ਲਿਆ, ਸੋਈ ਸੁਹੇਲਾ ਭਾਲੀਐ। ਸੁਹੇਲਾ ਤੇ ਉਹੀ ਜੀਵਨ ਨੂੰ ਬਤੀਤ ਜਿਹੜਾ ਉਹ ਕਰਦਾ ਜਾਂ ਆਪਣੇ ਜੀਵਨ ਨੂੰ ਉਹੀ ਸੁਖਾਲੇ ਢੰਗ ਨਾਲ ਗੁਜ਼ਾਰਦਾ। ਬਿਖ ਕਾ ਮਾਰਨ ਹਰ ਨਾਮ ਹੈ। ਹੁਣ ਜਦੋਂ ਬਾਣੀ ਨੂੰ ਪੜ੍ਹੋਗੇ ਨਾ, ਸਤਿਗੁਰੂ ਜੀ ਨੇ ਮਾਇਆ ਨੂੰ ਜ਼ਹਿਰ ਦੱਸਿਆ, ਅੱਜ ਦੇ ਪਾਵਨ ਸ਼ਬਦ ਵਿੱਚ ਵੀ ਦੱਸ ਰਹੇ। ਪਰ ਗੁਰਬਾਣੀ ਨੇ ਨਾਲ ਇੱਕ ਵਿਚਾਰ ਹੋਰ ਬੜੀ ਪਿਆਰੀ ਰੱਖੀ। ਇੱਕ ਪਾਸੇ ਸਤਿਗੁਰੂ ਨੇ ਆਖਿਆ ਵੀ ਇਹ ਜਗਤ ਸਾਰੇ ਨੂੰ ਖਾਈ ਜਾ ਰਹੀ, ਪਰ ਇੱਕ ਪਾਸੇ ਕੁਝ ਕੁ ਗਿਣਤੀ ਦੇ ਸ਼ਖਸ ਉਹ ਵੀ ਨੇ ਜਿਨ੍ਹਾਂ ਨੇ ਇਹਦੇ ਤੋਂ ਕਾਰਜ ਲਿਆ। ਠੀਕ ਉਸੇ ਤਰ੍ਹਾਂ ਸਾਰੇ ਦਾ ਸਾਰਾ ਜਗਤ ਸੱਪ ਵੇਖ ਕੇ ਕੁਰਲਾ ਉੱਠਦਾ, ਡਰ ਜਾਂਦਾ, ਮਨ 'ਚ ਖੌਫ ਬਣ ਜਾਂਦਾ, ਭਾਵੇਂ ਸੱਪ ਵੱਡਾ ਹੋਵੇ ਤੇ ਭਾਵੇਂ ਛੋਟਾ। ਸਾਰੇ ਜੀਵ ਆਪਣੇ ਮਨ 'ਚ ਖੌਫ ਰੱਖਦੇ ਵੀ ਜੇ ਇਹਨੇ ਡੰਗ ਲਿਆ ਤੇ ਮਾਰੇ ਜਾਵਾਂਗੇ। ਪਰ ਇੱਕ ਸ਼ਖਸ ਉਹ ਹੈ ਜਿਹੜਾ ਸੱਪ ਵੇਖ ਕੇ ਬੜਾ ਪ੍ਰਸੰਨ ਹੁੰਦਾ ਤੇ ਖੁਸ਼ ਹੁੰਦਾ ਵੀ ਅੱਜ ਮੇਰੀ ਰੋਜ਼ੀ ਰੋਟੀ ਦਾ ਮੈਨੂੰ ਸਾਧਨ ਮਿਲਿਆ। ਉਹ ਸੱਪ ਨੂੰ ਫੜਦਾ, ਫੜ ਕੇ ਉਹਦੀ ਜ਼ਹਿਰ ਦਾ ਤੋੜ ਲੱਭਦਾ, ਉਹਦੀ ਜ਼ਹਿਰ ਕੱਢਦਾ, ਜ਼ਹਿਰ ਕੱਢ ਕੇ ਪਟਾਰੀ 'ਚ ਪਾ ਕੇ ਤੇ ਸਾਰਾ ਦਿਨ ਉਸੇ ਦੇ ਸਿਰ ਉੱਤੇ ਉਹ ਭੋਜਨ ਖਾਂਦਾ, ਆਪਣੇ ਘਰ ਦਾ ਗੁਜ਼ਾਰਾ ਉਸੇ ਸੱਪ ਦੇ ਸਿਰ ਤੇ ਚਲਾ ਰਿਹਾ। ਇੱਕ ਸਰਪ ਹੈ ਜਿਹਨੂੰ ਵੇਖ ਕੇ ਲੋਕ ਡਰ ਉੱਠੇ, ਕੁਰਲਾ ਉੱਠੇ। ਉਹਨੂੰ ਫੜਨ ਵਾਸਤੇ ਅਸੀਂ ਸਪੇਰੇ ਨੂੰ ਸੱਦਿਆ, ਬੁਲਾਇਆ, ਭਾਈ ਤੂੰ ਐਕਸਪਰਟ ਹੈ, ਤੇਰੇ ਕੋਲ ਤਰੀਕਾ ਢੰਗ ਹੈ ਸੱਪ ਨੂੰ ਫੜਨ ਦਾ। ਤੇ ਉਹਨੂੰ ਸੱਦ ਕੇ ਅਸੀਂ ਉਹ ਸੱਪ ਜਿਹੜਾ ਉਹ ਪਕੜਵਾਇਆ। ਉਹਨੇ ਬੜੀ ਆਸਾਨੀ ਨਾਲ ਫੜਿਆ, ਫੜ ਕੇ ਉਹਨੇ ਆਪਣੀ ਪਟਾਰੀ 'ਚ ਪਾਇਆ, ਪਾ ਕੇ ਪਟਾਰੀ 'ਚ ਉਹਦੀ ਜ਼ਹਿਰ ਕੱਢੀ, ਜ਼ਹਿਰ ਕੱਢ ਕੇ ਉਸੇ ਨੂੰ ਪੱਕਾ ਹੀ ਆਪਣੀ ਪਟਾਰੀ 'ਚ ਰੱਖ ਲਿਆ ਤਾਂ ਜੋ ਲੋਕਾਂ ਕੋਲੋਂ ਮੈਂ ਹੁਣ ਰੋਜ਼ੀ ਤੇ ਰੋਟੀ ਚਲਵਾ ਸਕਾਂ। ਬਸ ਆਹੀ ਤਰੀਕਾ ਜੇ ਮਾਲਕ ਨੇ ਬਾਣੀ 'ਚ ਇਸੇ ਕਰਕੇ ਲਫ਼ਜ਼ ਵਰਤਿਆ, ਦੁਨੀਆ ਸਾਰੀ ਖਾਧੀ ਗਈ, ਪਰ ਦੁਨੀਆ ਵਿੱਚ ਕੁਝ ਸ਼ਖਸ ਐਸੇ ਨੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਉਹਨਾਂ ਦੀ ਕਾਰ ਵੀ ਕਮਾਉਂਦੀ ਜਿਹੜੇ ਭਗਤ ਬਣ ਜਾਂਦੇ, ਜਿਨ੍ਹਾਂ ਕੋਲ ਗਾਰੂੜੀ ਮੰਤਰ ਹੈ। ਉਹ ਸੱਪ ਜ਼ਰੂਰੀ ਨਹੀਂ ਦੱਸੇਗਾ, ਸਾਡੇ ਕੋਲ ਆਪਣਾ ਆਪਾ ਬਚਾਉਣ ਦਾ ਤਰੀਕਾ ਹੋਵੇ ਤੇ ਹੋ ਸਕਦਾ ਉਹੀ ਸਾਡੀ ਰੋਜ਼ੀ ਰੋਟੀ ਦਾ ਸਾਧਨ ਬਣ ਜਾਏ। ਹੁਣ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਜਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋਗੇ, ਅਕਸਰ ਆਪਾਂ ਇਹ ਸ਼ਬਦ ਵਿਚਾਰਿਆ, ਬਾਬੇ ਨਾਨਕ ਨੇ ਰੱਬ ਅੱਗੇ ਨਾ ਇੱਕ ਅਰਜ਼ੋਈ ਕੀਤੀ। ਗੁਰੂ ਨਾਨਕ ਸਾਹਿਬ ਨੇ ਜਿਹੜੀ ਅਰਜ਼ੋਈ ਕੀਤੀ ਨਾ, ਉਹ ਸ਼ਾਇਦ ਸਾਡੇ ਮਨਾਂ ਦੀ ਵੀ ਜੇ ਅਰਜ਼ੋਈ ਬਣ ਜੇ ਤੇ ਵਾਕਈ ਜ਼ਿੰਦਗੀ ਜਿਉਣ ਦਾ ਸਾਡਾ ਤਰੀਕਾ ਤੇ ਢੰਗ ਬਦਲ ਜਾਏ। ਪਰ ਸਾਨੂੰ ਉਹ ਅਰਦਾਸ ਕਰਨੀ ਨਹੀਂ ਆਈ ਜੋ ਗੁਰੂ ਨਾਨਕ ਸਾਹਿਬ ਨੇ ਉਸ ਅਕਾਲ ਪੁਰਖ ਅੱਗੇ ਕੀਤੀ। ਬਾਬੇ ਨਾਨਕ ਨੇ ਜਦੋਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤੇ ਸਤਿਗੁਰੂ ਨੇ ਆਖਿਆ ਸੀ ਵੀ ਹੇ ਅਕਾਲ ਪੁਰਖ ਪਰਮੇਸ਼ਵਰ ਜੀ, ਜੇ ਤੁਸੀਂ ਸੱਚਮੁੱਚ ਮੇਰੇ ਤੇ ਤਰੁੱਠੇ ਹੋ ਨਾ ਤੇ ਇੱਕ ਕਿਰਪਾ ਮੇਰੇ ਤੇ ਬਣਾਈ ਰੱਖਿਓ ਕਿ ਮੈਂ ਤੁਹਾਡੇ ਨਾਮ ਨੂੰ ਕਦੇ ਵਿਸਾਰਾਂ ਨਾ। ਤੁਹਾਡਾ ਨਾਮ ਮੇਰੇ ਹਿਰਦੇ ਵਿੱਚ ਸਦਾ ਹੀ ਬਣਿਆ ਰਹੇ, ਉਹਦੀ ਯਾਦ, ਉਹਦਾ ਚਿੰਤਨ, ਆਪ ਜੀ ਦਾ ਚਿੰਤਨ ਹਰ ਵਕਤ ਮੇਰੇ ਹਿਰਦੇ 'ਚ ਬਣਿਆ ਰਹੇ। ਔਰ ਮਾਲਕ ਜੀ ਨੇ ਬਚਨ ਆਖੇ ਸੀ,
ਸੰਸਾਰਕ ਪਦਾਰਥ ਪਹਿਲਾਂ ਗਣਾਏ ਗੁਰੂ ਨਾਨਕ ਸਾਹਿਬ ਨੇ ਵੀ ਆ ਸਾਰਾ ਕੁਝ ਮੇਰੇ ਕੋਲ ਹੋਵੇ। ਮੈਂ ਇਹ ਨਹੀਂ ਕਹਿੰਦਾ ਕਿ ਮਾਇਆ ਪਦਾਰਥ ਤੋਂ ਮੈਂ ਕਿਸੇ ਪਾਸਿਓਂ ਮੇਰੇ ਕੋਲ ਕਮੀ ਹੋਵੇ ਜਾਂ ਆਰਥਿਕ ਪੱਖ ਮੇਰਾ ਮਜ਼ਬੂਤ ਨਾ ਹੋਵੇ, ਜਾਂ ਕੋਈ ਇਹ ਆਖੇ ਵੀ ਇਹ ਬੜਾ ਗਰੀਬ ਜਿਹਾ, ਇਹਦੇ ਤੋਂ ਬੇਵੱਸ ਹੈ, ਇਹ ਲਾਚਾਰ ਹੈ, ਤਾਂ ਕਰਕੇ ਇਹ ਮਾਇਆ ਨੂੰ ਹੁਣ ਸੱਪ ਕਹਿ ਕਹਿ ਕੇ ਜਾਂ ਮਾਇਆ ਦੀ ਨਿੰਦਿਆ ਪਿਆ ਕਰਦਾ। ਹੇ ਅਕਾਲ ਪੁਰਖ ਪਰਮੇਸ਼ਵਰ, ਹੋਵੇ ਮੇਰੇ ਕੋਲ ਸਾਰਾ ਕੁਝ, ਪਰ ਉਹ ਸਾਰਾ ਕੁਝ ਮੇਰੀ ਮੌਤ ਦਾ ਕਾਰਨ ਨਾ ਬਣੇ, ਉਹ ਮੇਰੀ ਜ਼ਿੰਦਗੀ ਦਾ ਇੱਕ ਕਾਰਨ ਬਣੇ। ਉਹ ਸਾਰਾ ਕੁਝ ਮੇਰੀ ਜ਼ਿੰਦਗੀ ਦਾ ਸਹਾਰਾ ਹੋਣ, ਪਰ ਮੇਰੀ ਮੌਤ ਦਾ ਕਾਰਨ ਨਾ ਬਣਨ। ਤੇ ਬਾਬੇ ਨਾਨਕ ਨੇ ਆਖਿਆ ਨਾ, ਮੋਤੀ ਤਾਂ ਮੰਦਰ ਊਸਰੇ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿੱਤ ਨਾ ਆਵੇ ਨਾਉ। ਰੱਬ ਜੀ, ਇਹ ਸਾਰਾ ਕੁਝ ਮੇਰੇ ਕੋਲ ਹੋਵੇ, ਪਰ ਮੈਂ ਨਾਲ ਇਹ ਆਖਦਾ ਮਤ ਦੇਖ ਭੂਲਾਂ ਵੀਸਰੈ। ਤੇ ਸਾਡੀ ਕਮੀ ਇਹੀ ਹੈ ਕਿ ਅਸੀਂ ਮੋਤੀ ਤਾਂ ਮੰਦਰ ਲੈਣ ਨੂੰ ਤਿਆਰ ਹਾਂ, ਆਪਣੇ ਮਹਿਲ ਤੇ ਖੜੇ ਕਰਨ ਨੂੰ ਤਿਆਰ ਹਾਂ, ਤੇ ਮਹਿਲ ਖੜੇ ਵੀ ਅਸੀਂ ਦਿਨ ਰਾਤ ਆਪਣਾ ਬਲ ਲਾ ਕੇ ਕਰ ਵੀ ਰਹੇ ਹਾਂ। ਪਰ ਅਫਸੋਸ ਇਸ ਗੱਲ ਦਾ ਕਿ ਅਸੀਂ ਮਹਿਲ ਤੇ ਮਾੜੀਆਂ ਮੰਗ ਲਈਆਂ, ਮਹਿਲ ਮਾੜੀਆਂ ਮੰਗਣ ਤੋਂ ਬਾਅਦ ਚ ਅਸੀਂ ਇਹ ਮੰਗਣਾ ਭੁੱਲ ਹੀ ਗਏ ਕਿ ਬਾਬਾ ਕਿਤੇ ਆ ਜਿਹੜੇ ਪਦਾਰਥ ਨੇ ਇਹਨਾਂ ਨੂੰ ਲੈ ਕੇ ਮੈਂ ਤੈਨੂੰ ਨਾ ਵਸਾਰ ਦਵਾਂ, ਤੇਰੀ ਯਾਦ ਪਹਿਲੋਂ ਮੇਰੇ ਹਿਰਦੇ ਚ ਬਣੇ, ਆ ਪਦਾਰਥ ਤੇ ਬਾਅਦ ਵਿੱਚ ਵੀ ਮਿਲ ਜਾਣਗੇ। ਸਤਿਗੁਰੂ ਨੇ ਬਾਣੀ ਚ ਆਖਿਆ ਨਾ, ਇਹੋ ਕਾਰਨ ਸੀ ਮਾਲਕ ਪਾਤਸ਼ਾਹ ਬਾਰ-ਬਾਰ ਸਾਨੂੰ ਸਮਝਾਉਂਦੇ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਏ। ਕੋਈ ਵਿਰਲਾ ਹੀ ਸਮਝ ਸਕਿਆ ਵੀ ਇਹ ਤੇ ਠੱਗਣ ਵਾਲੀ ਠੱਗ ਬੂਟੀ ਹੈ, ਇਹਨੇ ਦੇਣਾ ਕੁਛ ਨਹੀਂ, ਇਹ ਤੇ ਜ਼ਹਿਰ ਹੈ, ਇਹਨੇ ਸਵਾਰਨਾ ਕੁਛ ਨਹੀਂ। ਸਵਾਰੇਗੀ ਉਦਣ ਜਿੱਦਣ ਮੇਰੇ ਕੋਲ ਜ਼ਹਿਰ ਦਾ ਤੋੜ ਹੋਵੇਗਾ, ਬਣਾਵੇਗੀ ਮੇਰਾ ਕੁਛ ਉਸ ਦਿਨ ਜਿਸ ਦਿਨ ਮੇਰੇ ਕੋਲ ਇਲਾਜ ਹੋਵੇਗਾ, ਪਰ ਜਿੰਨਾ ਚਿਰ ਇਲਾਜ ਨਹੀਂ ਉਹਨਾਂ ਚਿਰ ਮੇਰੀ ਮੌਤ ਹੈ। ਹੁਣ ਪੋਇਜ਼ਨ ਹੈ, ਉਹ ਕੋਈ ਕਿਸੇ ਢੰਗ ਨਾਲ ਤੇ ਕੋਈ ਕਿਸੇ ਢੰਗ ਨਾਲ ਕਿਸੇ ਨਾ ਕਿਸੇ ਮੈਡੀਸਿਨ ਦਵਾਈ ਵਿੱਚ ਜ਼ਰੂਰ ਪਾਈ ਜਾਂਦੀ ਹੈ, ਬਸ ਉਹਨੂੰ ਵਰਤਣ ਦਾ ਇੱਕ ਤਰੀਕਾ ਹੈ। ਤੇ ਜੇ ਉਹੀ ਪੋਇਜ਼ਨ ਡਾਇਰੈਕਟਲੀ ਇਨਸਾਨ ਆਪਣੇ ਮੁਖ ਚ ਪਾ ਲਏ ਤੇ ਸਾਹਮਣੇ ਮੌਤ ਹੈ, ਪਰ ਉਹੀ ਜਦੋਂ ਬਣਾ ਕੇ ਦਵਾਈ ਵਿੱਚ ਪਾ ਕੇ ਫਿਰ ਦਿੱਤੀ ਜਾਂਦੀ, ਉਹੀ ਇਨਸਾਨ ਜਿਹੜਾ ਮੌਤ ਤੋਂ ਡਰਦਾ, ਉਹਦੀ ਜ਼ਿੰਦਗੀ ਹੈ ਕਿ ਮੇਰੇ ਰੋਗ ਕੱਟੇ ਜਾਣਗੇ। ਮਾਇਆ ਵੱਲੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਰਾਮ ਹੋਣ ਲਈ ਆਖਿਆ ਕਿ ਮਾਇਆ ਸਾਡੇ ਕੋਲ ਹੋਵੇ, ਇਹ ਨਹੀਂ ਕਿ ਨਾ ਹੋਵੇ, ਕਿਉਂਕਿ ਸਿੱਖ ਨੂੰ ਗੁਰੂ ਨਾਨਕ ਸਾਹਿਬ ਨੇ ਮੰਗਣ ਲਈ ਨਹੀਂ ਆਖਿਆ। ਬਾਬੇ ਨਾਨਕ ਨੇ ਤੇ ਇਹ ਆਖਿਆ, ਭਾਈ ਸਿੱਖਾ ਤੂੰ ਮੰਗਣਾ ਨਹੀਂ, ਤੂੰ ਸਗੋਂ ਮੰਗਣ ਵਾਲਿਆਂ ਦੀ ਝੋਲੀ ਵਿੱਚ ਪਾਉਣਾ ਹੈ। ਤੇ ਪਾਵਾਂਗੇ ਉਦੋਂ ਹੀ ਜਦੋਂ ਸਾਡੇ ਕੋਲ ਹੋਵੇਗਾ। ਜਦੋਂ ਅਸੀਂ ਮੰਗਣ ਤੇ ਹੋਵਾਂਗੇ ਤੇ ਅਸੀਂ ਦੂਜੇ ਨੂੰ ਕੀ ਦੇ ਦੇਵਾਂਗੇ? ਤੇ ਦੇਵੇਗਾ ਉਹ ਜਿਹਦੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਕੇ ਤ੍ਰਿਪਤੀ ਹੈ, ਸਬਰ ਹੈ, ਸੰਤੋਖ ਹੈ। ਦੇਵੇਗਾ ਉਹ ਜਿਹੜਾ ਆਪ ਹੀ ਭੁੱਖਾ ਬੈਠਾ, ਉਹਨੇ ਦੂਜੇ ਦੀ ਝੋਲੀ 'ਚ ਕੀ ਪਾਉਣਾ? ਸਿੱਖ ਨੂੰ ਮੇਰੇ ਮਾਲਕ ਨੇ ਤ੍ਰਿਪਤੀ ਬਖਸ਼ੀ, ਸਿੱਖ ਨੂੰ ਮੇਰੇ ਮਾਲਕ ਨੇ ਆਖਿਆ ਵੀ ਸਿੱਖਾ ਹੋਵੇ ਸਭ ਕੁਝ, ਪਰ ਨਾਲ ਤੇਰੇ ਕੋਲ ਤ੍ਰਿਪਤੀ ਹੋਵੇ, ਸਬਰ ਤੇ ਸੰਤੋਖ ਹੋਵੇ। ਜਿਸ ਸਬਰ ਤੇ ਸੰਤੋਖ ਸਦਕਾ ਤੇਰੇ ਘਰ ਵਿੱਚ ਕੋਈ ਲੋੜਵੰਦ ਆ ਜਾਏ ਤੇ ਤੂੰ ਉਹਦੀ ਝੋਲੀ ਭਰ ਕੇ ਤੋਰ ਸਕੇ, ਤੂੰ ਉਹਦੀ ਝੋਲੀ ਨੂੰ ਕਿਤੇ ਸਖਣਾ ਨਾ ਤੋਰੀ। ਕਿਉਂਕਿ ਜਦੋਂ ਵੀ ਕੋਈ ਸਮਾਜ ਵਿੱਚ ਘਰਾਣੇ ਬਹੁਤ ਨੇ, ਇਹਦੇ 'ਚ ਕੋਈ ਅਤਕਥਨੀ ਨਹੀਂ। ਮੰਗਣ ਵਾਲਾ ਜਦੋਂ ਜਿਸ ਘਰਾਣੇ ਵਿੱਚ ਜਾਂਦਾ, ਜਿਸ ਘਰ ਵਿੱਚ ਜਾਂਦਾ, ਉਹ ਇੱਕ ਆਸ ਲੈ ਕੇ ਜਾਂਦਾ ਕਿ ਇੱਥੋਂ ਖਾਲੀ ਨਹੀਂ ਮੁੜਾਂਗਾ। ਪਰ ਮੰਗਣ ਵਾਲੇ ਨੂੰ ਕਦੇ ਵੇਖਿਓ, ਜਦੋਂ ਉਹ ਇੱਕ ਪਾਸੇ ਸਿੱਖ ਨੂੰ ਖੜੋਤਾ ਵੇਖੇ ਤੇ ਦੂਜੇ ਪਾਸੇ ਦੁਨੀਆ, ਮੰਗਣ ਵਾਲਾ ਇੱਕ ਸਿੱਖ ਕੋਲੋਂ ਝੋਲੀ ਅੱਡ ਕੇ ਮੰਗਣ ਨੂੰ ਤਿਆਰ ਹੋ ਜਾਂਦਾ, ਦੁਨੀਆ ਛੱਡ ਦਿੰਦਾ ਇੱਕ ਪਾਸੇ, ਕਿਉਂਕਿ ਉਹਨੂੰ ਪਤਾ ਹੈ ਹੋ ਸਕਦਾ ਦੁਨੀਆ ਵਾਲੇ ਪਾਸਿਓਂ ਮੇਰੀ ਝੋਲੀ ਖਾਲੀ ਰਹਿ ਜਾਏ, ਪਰ ਸਿੱਖ ਕੋਲੋਂ ਮੇਰੀ ਝੋਲੀ ਖਾਲੀ ਨਹੀਂ ਮੁੜਨੀ। ਇਹ ਗੁਰੂ ਨਾਨਕ ਦਾ ਸਿੱਖ ਹੈ, ਇਹ ਮੇਰੀ ਝੋਲੀ ਜ਼ਰੂਰ ਭਰ ਕੇ ਤੋਰੇਗਾ।
ਬਾਬੇ ਨਾਨਕ ਨੇ ਸਿੱਖ ਦੇ ਜੀਵਨ ਵਿੱਚ ਇਹ ਗੁਣ ਪਾਇਆ ਕਿ ਸਿੱਖਾ ਤੂੰ ਆਪਣਾ ਸਮਾਂ ਜਿਵੇਂ ਮਰਜ਼ੀ ਬਤੀਤ ਕਰੇ, ਪਰ ਜਦੋਂ ਤੇਰੇ ਸਾਹਮਣੇ ਕੋਈ ਲੋੜਵੰਦ ਆ ਗਿਆ ਨਾ ਤੇ ਤੂੰ ਉਹਦੀ ਕੁਰਲਾਹਟ ਤੇ ਉਹਦੀਆਂ ਅੱਖਾਂ ਵਿਚਲੀ ਜਿਹੜੀ ਮਾਸੂਮੀਅਤ ਹੈ ਨਾ, ਬੇਵਸੀ ਹੈ, ਉਹ ਤੇਰੇ ਕੋਲੋਂ ਸਹਾਰੀ ਨਹੀਂ ਜਾਣੀ ਤੇ ਤੂੰ ਉਹਦੀ ਸਹਾਇਤਾ ਜ਼ਰੂਰ ਕਰੇਂਗਾ। ਔਰ ਕਰਾਂਗੇ ਤਾਂ ਜੇ ਕੋਲੇ ਕੁਝ ਹੋਏਗਾ, ਜੇ ਹੋਇਆ ਹੀ ਕੁਝ ਨਾ ਤੇ ਅਸੀਂ ਸਹਾਇਤਾ ਕਿੱਥੋਂ ਕਰਾਂਗੇ। ਇਸ ਲਈ ਬਾਬੇ ਨਾਨਕ ਨੇ ਆਪ ਖੁਦ ਜਦੋਂ ਅਕਾਲ ਪੁਰਖ ਅੱਗੇ ਅਰਜ਼ੋਈ ਕੀਤੀ ਤੇ ਆਖਿਆ, ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਪਰ ਰੱਬ ਜੀ ਆਹ ਕਿਰਪਾ ਜ਼ਰੂਰ ਬਣਾਈ ਰੱਖਿਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ। ਨੌ, ਉਹ ਤਖਤ ਉੱਤੇ ਬੈਠਿਆਂ ਵੀ ਕਿਤੇ ਮੈਨੂੰ ਤੇਰੀ ਯਾਦ ਨਾ ਭੁੱਲ ਜਾਏ, ਕਿਤੇ ਉਹ ਤਖਤ ਮੇਰੀ ਅਧਿਆਤਮਿਕ ਮੌਤ ਦਾ ਕਾਰਨ ਨਾ ਬਣ ਜਾਏ, ਉਹ ਤਖਤ ਮੇਰੀ ਅਧਿਆਤਮਿਕ ਜ਼ਿੰਦਗੀ ਨੂੰ ਲਮੇਰਿਆਂ ਕਰੇ, ਅਧਿਆਤਮਿਕ ਮੌਤ ਨਾ ਆ ਜਾਏ। ਇਸ ਲਈ ਮੈਂ ਅਰਦਾਸ ਕਰਦਾ ਤੁਹਾਡੇ ਅੱਗੇ ਕਿ ਤਖਤ ਤੇ ਬੈਠਿਆਂ ਵੀ ਮੈਂ ਤੇਰੇ ਚਿੰਤਨ ਵਿੱਚ ਜੁੜਿਆ ਰਵਾਂ। ਬਿਖ ਕਾ ਮਾਰਨ ਹਰ ਨਾਮ ਹੈ, ਬਸ ਆਹੀ ਇੱਕ ਤਰੀਕਾ ਹੈ, ਕੋਈ ਦੂਜਾ ਢੰਗ ਨਹੀਂ। ਜ਼ਹਿਰ ਨੂੰ ਮਾਰਨ ਦੇ ਲਈ ਰੱਬ ਦਾ ਨਾਮ ਗੁਰ ਗਰੁੜ ਸ਼ਬਦ ਮੁਖ ਪਾਏ, ਜਿਨ੍ਹਾਂ ਨੇ ਗੁਰੂ ਰਾਹੀਂ ਬਖਸ਼ਿਸ਼ ਕੀਤਾ, ਸ਼ਬਦ ਆਪਣੇ ਮੁਖ ਵਿੱਚ ਪਾ ਲਿਆ। ਭਾਵ ਹਰ ਵਕਤ ਜਿਹੜੇ ਸ਼ਬਦ ਨੂੰ ਜਪਣ ਲੱਗ ਗਏ, ਰੱਬੀ ਯਾਦ ਵਿੱਚ ਜਿਨ੍ਹਾਂ ਆਪਣੀ ਸੁਰਤ ਜੋੜ ਲਈ, ਉਹਨਾਂ ਨੇ ਹੀ ਇਸ ਮਾਇਆ ਦੀ ਜ਼ਹਿਰ ਤੋਂ ਆਪਣਾ ਆਪਾ ਬਚਾ ਲਿਆ। ਜਿਨ ਕੋ ਪੂਰਬ ਲਿਖਿਆ, ਤਿਨ ਸਤਿਗੁਰ ਮਿਲਿਆ ਆਏ। ਫਿਰ ਸਤਿਗੁਰੂ ਜੀ ਆਖਦੇ, ਜਿਨ ਕੋ ਪੂਰਬ ਲਿਖਿਆ, ਜਿਹੜੇ ਹਰੀ ਪ੍ਰਮਾਤਮਾ ਵੱਲੋਂ ਵਰਸਾਏ ਗਏ, ਤਿੰਨ ਉਹਨਾਂ ਨੂੰ ਹੀ ਸਤਿਗੁਰ ਮਿਲਿਆ ਆਏ। ਗੁਰੂ ਆ ਕੇ ਮਿਲਦਾ ਜਾਂ ਗੁਰੂ ਦਾ ਮਿਲਾਪ ਉਹਨਾਂ ਨੂੰ ਹੁੰਦਾ। ਜਿਹੜੇ ਹਰੀ ਪ੍ਰਮਾਤਮਾ ਵੱਲੋਂ ਵਰਸਾਏ ਜਾਂਦੇ ਨੇ, ਜਾਂ ਇਉਂ ਕਹਿ ਲਈਏ ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣ ਗਏ, ਗੁਰੂ ਦਾ ਮਿਲਾਪ ਵੀ ਉਹਨਾਂ ਨੂੰ ਹੀ ਹੋਇਆ। ਜਿਹੜੇ ਰੱਬ ਦੀ ਕਿਰਪਾ ਤੋਂ ਵੀ ਸਖਣੇ ਰਹਿ ਗਏ ਨਾ, ਖਿਆਲ ਰੱਖਿਓ ਗੁਰੂ ਦਾ ਮੇਲ ਵੀ ਨਹੀਂ ਜੇ ਹੋਣਾ। ਬੜਾ ਸੰਸਾਰ ਹੈ ਜਿਹੜਾ ਅੱਜ ਦੇ ਸਮੇਂ ਵਿੱਚ ਲੋਚ ਰਿਹਾ ਕਿ ਸਾਨੂੰ ਇੰਨਾ ਕੁ ਬਲ, ਇੰਨੀ ਕੁ ਤਾਕਤ ਮਿਲੇ ਕਿ ਅਸੀਂ ਗੁਰੂ ਕੇ ਦਰਸ਼ਨ ਦੀਦਾਰ ਕਰ ਸਕੀਏ। ਪਰ ਮਾਲਕ ਜੀ ਦੀ ਬਾਣੀ ਨੇ ਇੱਕ ਫੈਸਲਾ ਦਿੱਤਾ, ਜਿੱਥੇ ਸਤਿਗੁਰੂ ਆਖਦੇ ਕਹਿੰਦੇ ਜਗਤ ਸਾਰਾ ਬੈਠਾ ਰੋਂਦਾ ਤੇ ਕੁਰਲਾਉਂਦਾ ਹੈ, ਪਰ ਜਿਹੜਾ ਭਾਗਾਂ ਵਾਲੇ ਨੇ ਨਾ, ਦਰਸ਼ਨ ਉਹਨਾਂ ਨੂੰ ਮਿਲੇ, ਤੇ ਜਿਹੜੇ ਭਾਗਾਂ ਤੋਂ ਹੀਣੇ ਰਹੇ ਉਹ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਜੀਵਨ ਵਿੱਚ ਗੁਰੂ ਕੇ ਦੀਦਾਰ ਵੀ ਹਾਸਲ ਨਹੀਂ ਕਰ ਸਕੇ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਨ ਬੈ ਰੋਏ। ਲੋਚਾ ਤੇ ਸਾਰਿਆਂ ਦੇ ਹੀ ਮਨਾਂ ਵਿੱਚ ਹੈ। ਖਿਆਲ ਰੱਖਿਓ, ਲੋਚਾ ਤੇ ਔਰੰਗਜ਼ੇਬ ਵੀ ਲੈ ਕੇ ਆਇਆ ਸੀ। ਉਹਨੇ ਕੋਸ਼ਿਸ਼ ਵੀ ਬਹੁਤ ਕੀਤੀ। ਗੁਰੂ ਹਰਿ ਰਾਏ ਸਾਹਿਬ ਤੋਂ ਬਾਅਦ ਵਿੱਚ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਕੋਲ ਉਹ ਪੱਤਰ ਵੀ ਭੇਜਦਾ, ਰਾਜੇ ਜੈ ਰਾਮ ਦੇ ਹੱਥੀਂ ਚਿੱਠੀ ਭਜਵਾਈ ਸੀ ਵੀ ਤੂੰ ਸੱਦ, ਮੈਂ ਬਹਾਨੇ ਨਾਲ ਆ ਕੇ ਦਰਸ਼ਨ ਕਰ ਲਾਂਗਾ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਾਜੇ ਜੈ ਰਾਮ ਨੂੰ ਇੱਕ ਗੱਲ ਆਖੀ ਸੀ ਵੀ ਤੇਰੇ ਕੋਲ ਵੀ ਤਾਂ ਚੱਲ ਕੇ ਆਵਾਂਗੇ ਜੇ ਸਾਨੂੰ ਕੱਲ ਨੂੰ ਕਿਸੇ ਜ਼ਬਰੀ ਤੂੰ ਔਰੰਗਜ਼ੇਬ ਨੂੰ ਦਰਸ਼ਨ ਕਰਨ ਦੇਣ ਲਈ ਨਾ ਆਖੇਂਗਾ। ਫਿਰ ਚੱਲ ਕੇ ਗਏ ਵੀ ਅਸੀਂ ਉਹਨੂੰ ਦਰਸ਼ਨ ਨਹੀਂ ਦੇਣੇ, ਕਿਉਂਕਿ ਗੁਰੂ ਪਿਤਾ ਜੀ ਦਾ ਹੁਕਮ ਹੈ ਤੇ ਅਸੀਂ ਗੁਰੂ ਪਿਤਾ ਜੀ ਦੇ ਹੁਕਮ ਨੂੰ ਮੋੜ ਨਹੀਂ ਸਕਦੇ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਰੀ, ਉਦੋਂ ਇਹਨੇ ਫਿਰ ਬੜਾ ਭੈੜਾ ਕਰਮ ਕਮਾਇਆ। ਔਰ ਜਦੋਂ ਅਖੀਰੀ ਵਾਰੀ ਆਈ, ਅਖੀਰੀ ਸਮਾਂ ਆਇਆ, ਜ਼ਫਰਨਾਮਾ ਪੜਨ ਤੋਂ ਬਾਅਦ ਆਪਣੀ ਅਰਜ਼ੋਈ ਲਿਖ ਕੇ ਗੁਰੂ ਕਲਗੀਧਰ ਪਾਤਸ਼ਾਹ ਵੱਲ ਭੇਜਦਾ ਕਿ ਸਤਿਗੁਰੂ ਆਖਰੀ ਸਮੇਂ ਦਾ ਹੁਣ ਪਤਾ ਨਹੀਂ ਕਦੋਂ ਆ ਜਾਏ, ਤੇ ਕਿਰਪਾ ਕਰੋ ਇਸ ਪਾਪੀ ਨੂੰ ਹੁਣੀ ਆਪਣੇ ਦਰਸ਼ਨ ਦੇ ਦਿਓ, ਤੁਹਾਡੇ ਦੀਦਾਰ ਕਰ ਸਕਾਂ।
ਔਰ ਇੰਨੀ ਬਦਕਿਸਮਤੀ ਦਾ ਮਾਲਕ ਸਤਿਗੁਰੂ ਕਲਗੀਧਰ ਪਾਤਸ਼ਾਹ ਦਰਸ਼ਨ ਦੇਣ ਲਈ ਤੁਰੇ। ਰਸਤੇ ਵਿੱਚ ਖਬਰ ਮਿਲਦੀ ਕਿ ਔਰੰਗਜ਼ੇਬ ਚੜ੍ਹਾਈ ਕਰ ਗਿਆ, ਔਰੰਗਜ਼ੇਬ ਮਰ ਗਿਆ। ਆਪਣੀ ਜ਼ਿੰਦਗੀ ਵਿੱਚ ਗੁਰੂ ਕੇ ਦਰਸ਼ਨ ਉਹ ਨਹੀਂ ਕਰ ਸਕਿਆ। ਗੱਲ ਭਾਗਾਂ ਤੇ ਭਾਗਾਂ ਤੋਂ ਹੀਣਿਆਂ ਦੀ। ਜਿਹੜਾ ਰੱਬ ਦੀ ਕਿਰਪਾ ਦਾ ਪਾਤਰ ਬਣਿਆ, ਗੁਰੂ ਦਾ ਮਿਲਾਪ ਵੀ ਉਸੇ ਨੂੰ ਹੋਇਆ, ਤੇ ਜਿਹੜਾ ਰੱਬ ਦੀ ਕਿਰਪਾ ਤੋਂ ਸਖਣਾ ਰਹਿ ਗਿਆ ਨਾ, ਉਹ ਵਿਲਕਦਾ ਤੇ ਮਰ ਗਿਆ, ਉਹ ਰੋਂਦਾ ਕੁਰਲਾਉਂਦਾ ਤੇ ਸੰਸਾਰ ਤੋਂ ਚਲੇ ਗਿਆ। ਪਰ ਗੁਰੂ ਕਾ ਮੇਲ ਉਹ ਹਾਸਲ ਨਹੀਂ ਕਰ ਸਕਿਆ। ਤੇ ਸਤਿਗੁਰੂ ਜੀ ਆਖਦੇ, ਕਹਿੰਦੇ ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਨੇ ਪੂਰਬਲੇ ਕਰਮ ਆਪਣੇ ਚੰਗੇ ਬਣਾ ਲਏ, ਜਿਨ੍ਹਾਂ ਆਪਣੇ ਕਰਮ ਬੜੇ ਚੰਗੇ ਕੀਤੇ, ਜਿਨ੍ਹਾਂ ਚੰਗੇ ਕਰਮਾਂ ਨੂੰ ਆਪਣੇ ਜੀਵਨ 'ਚ ਕਮਾਇਆ। ਪੂਰਬਲਾ ਮਤਲਬ ਪਹਿਲੇ ਲੇਖ ਜਿਨ੍ਹਾਂ ਦੇ ਚੰਗੇ ਨੇ, ਤੈਨੂੰ ਸਤਿਗੁਰ ਮਿਲਿਆ ਆਏ। ਗੁਰੂ ਵੀ ਉਹਨਾਂ ਨੂੰ ਹੀ ਆ ਕੇ ਮਿਲਦਾ। ਚੰਗੇ ਕਰਮਾਂ ਦੇ ਸਦਕਾ ਗੁਰੂ ਦਾ ਮਿਲਾਪ ਹੁੰਦਾ। ਇੱਕ ਨਿੱਕੀ ਜੀ ਬੇਨਤੀ ਇੱਥੇ ਹੋਰ ਕਰਦਾ ਚੱਲਾਂ। ਅਸਲ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ, ਪੂਰਬਲਾ ਲਫ਼ਜ਼ ਪੜ੍ਹਦੇ ਆ ਸਾਰ ਸਾਡੇ ਦਿਮਾਗ 'ਚ ਇੱਕ ਤਸਵੀਰ ਬਣਦੀ ਵੀ ਸ਼ਾਇਦ ਪਹਿਲੇ ਜਨਮ ਦੀਆਂ ਗੱਲਾਂ, ਪਹਿਲੇ ਜਨਮ ਦੀਆਂ ਬਾਤਾਂ ਹੈਣ ਜਾਂ ਨਹੀਂ, ਮੈਂ ਕੋਈ ਦਾਅਵਾ ਨਹੀਂ ਕਰਨ ਲੱਗਿਆ। ਪਰ ਖਿਆਲ ਰੱਖਿਓ, ਸਾਡਾ ਨਿਕਲਿਆ ਹੋਇਆ ਸਮਾਂ ਉਹੀ ਸਾਡੇ ਪੂਰਬਲੇ ਲੇਖ ਬਣਦੇ। ਜਿੰਨੀ ਸਾਡੀ ਜ਼ਿੰਦਗੀ ਅਸੀਂ ਗੁਜ਼ਾਰ ਚੁੱਕੇ ਆ ਨਾ, ਜੇ ਕੋਈ 20-25 ਸਾਲਾਂ 30 ਸਾਲਾਂ ਦੀ ਜ਼ਿੰਦਗੀ ਲੰਘਾ ਗਿਆ, ਤੇ ਉਹਦੇ 30 ਸਾਲ ਜਿਹੜੇ ਪਹਿਲੇ ਲੰਘੇ ਉਹ ਪੂਰਬਲੇ ਕਰਮ ਬਣੇ ਨੇ। ਜੇ ਕਿਸੇ ਨੇ 40 ਸਾਲਾਂ ਦੀ ਜ਼ਿੰਦਗੀ ਲੰਘਾ ਲਈ ਤੇ ਉਹ 40 ਸਾਲ ਉਹਦੇ ਪੂਰਬਲੇ ਕਰਮ ਨੇ। ਹੁਣ ਉਹ ਜਿੱਦਾਂ ਦੇ ਕਰਮ ਹੋਣਗੇ ਬਸ ਉਦਾਂ ਦਾ ਨਵੇੜਾ ਹੋਣਾ, ਜਿੱਦਾਂ ਦੇ ਉਹ ਲੇਖ ਲਿਖੇ ਹੋਣਗੇ ਉਦਾਂ ਦਾ ਹੀ ਨਵੇੜਾ ਹੋਏਗਾ। ਤੇ ਜੇ ਉਹਨਾਂ ਲੇਖਾਂ ਨੂੰ ਚੰਗਿਆਂ ਲਿਖ ਲੈਂਦਾ ਤੇ ਨਵੇੜਾ ਚੰਗਾ ਹੋ ਜਾਂਦਾ, ਤੇ ਜੇ ਉਹੀ ਲੇਖ ਮਾੜੇ ਲਿਖੇ ਤੇ ਹੁਣ ਉਹਨਾਂ ਦਾ ਨਵੇੜਾ ਵੀ ਮਾੜਾ ਹੀ ਹੋਣਾ, ਨਤੀਜਾ ਚੰਗਾ ਨਹੀਂ। ਹੁਣ ਜਿਸ ਤਰ੍ਹਾਂ ਦੇ ਪੂਰਬਲੇ ਲੇਖ ਲਿਖੇ, ਜਿੱਦਾਂ ਦੇ ਪੂਰਬਲੇ ਲੇਖ ਅਸੀਂ ਬਣਾ ਲਏ ਆਪਣੇ, ਬਸ ਉਦਾਂ ਦਾ ਨਤੀਜਾ ਮਿਲ ਜਾਣਾ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਚੰਗੇ ਬਣਾਏ ਨਾ, ਤੈਨੂੰ ਸਤਿਗੁਰ ਮਿਲਿਆ ਆਏ, ਉਹਨਾਂ ਨੂੰ ਆ ਕੇ ਗੁਰੂ ਮਿਲਦਾ ਜੇ। ਦੋ ਚੀਜ਼ਾਂ ਨੇ, ਇੱਕ ਤੇ ਕਰਮ ਇੰਨੇ ਕੁ ਚੰਗੇ ਹੋਣ ਕਿ ਗੁਰੂ ਪਾਤਸ਼ਾਹ ਆਪ ਚੱਲ ਕੇ ਦਰਸ਼ਨ ਦੇਣ ਵਾਸਤੇ ਆਉਣ, ਜਾਂ ਜ਼ਿੰਦਗੀ ਸਾਰੀ ਮੰਦੇ ਕਰਮ ਕਮਾਏ, ਪਰ ਜਿੱਦਣ ਕਰਮਾਂ ਦਾ ਪਛਤਾਵਾ ਕੀਤਾ ਉਦਣ ਇੰਨਾ ਕੁ ਹੋਵੇ ਵੀ ਸਤਿਗੁਰੂ ਹੁਣ ਜੇ ਮੈਂ ਆਪਣੀ ਜ਼ਿੰਦਗੀ 'ਚ ਤੇਰਾ ਮੇਲ ਨਾ ਹਾਸਲ ਕਰ ਸਕਿਆ ਨਾ, ਤੇ ਮੇਰਾ ਪਾਰ ਉਤਾਰਾ ਕੋਈ ਨਹੀਂ। ਉਹ ਪਛਤਾਵਾ ਜਿੱਦਣ ਹੋ ਗਿਆ ਨਾ, ਗੁਰੂ ਉਦਣ ਵੀ ਚੱਲ ਕੇ ਆ ਜਾਂਦਾ ਜੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਨਾ ਤੇ ਅਸੀਂ ਚੰਗੇ ਕਰਮ ਕਰ ਸਕੇ ਵੀ ਗੁਰੂ ਚੱਲ ਕੇ ਦਰਸ਼ਨ ਦਿੰਦੇ, ਤੇ ਨਾ ਹੀ ਅਸੀਂ ਮੰਦੇ ਕਰਮਾਂ ਦਾ ਪਛਤਾਵਾ ਇਸ ਢੰਗ ਨਾਲ ਕਰ ਸਕੇ ਕਿ ਗੁਰੂ ਆਪ ਚੱਲ ਕੇ ਆ ਕੇ ਦਰਸ਼ਨ ਦੇ ਦਿੰਦੇ। ਬਸ ਮੰਦੇ ਕਰਮ ਕਮਾਏ ਅਸੀਂ ਜ਼ਰੂਰ ਨੇ, ਉਹਨਾਂ ਮੰਦੇ ਕਰਮਾਂ ਨੂੰ ਕਮਾਉਂਦਿਆਂ ਅੱਜ ਵੀ ਅਸੀਂ ਕਮਾਈ ਜਾ ਰਹੇ ਹਾਂ। ਇਹ ਨਹੀਂ ਵੀ ਅੱਜ ਪਛਤਾਵਾ ਕਰਕੇ ਅਸੀਂ ਤੌਬਾ ਕਰਤੀ, ਕਮਾਈ ਅੱਜ ਵੀ ਜਾ ਰਹੇ ਹਾਂ। ਜੇ ਅੱਜ ਵੀ ਕਿਤੇ ਤੌਬਾ ਕਰ ਦਈਏ ਤੇ ਗੁਰੂ ਦਰਸ਼ਨ ਦੇਣ ਤੋਂ ਕਦੇ ਇਨਕਾਰੀ ਨਹੀਂ ਹੋਣਗੇ। ਹੁਣ ਜੇ ਆਪਾਂ ਕਰਮਾਂ ਵੱਲ ਵੇਖੀਏ, ਮੈਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਪੱਖ ਇਸ ਕਰਕੇ ਰੱਖਾਂਗਾ ਕਿਉਂਕਿ ਆਉਣ ਵਾਲੇ ਦਿਨਾਂ ਅੰਦਰ ਆਪਾਂ ਉਹਨਾਂ ਦਾ ਪ੍ਰਕਾਸ਼ ਦਿਹਾੜਾ ਵੀ ਮਨਾਉਣਾ ਹੈ। ਇਸ ਲਈ ਕੋਸ਼ਿਸ਼ ਯਤਨ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਕੋਈ ਨਾ ਕੋਈ ਘਟਨਾ ਆਪਾਂ ਜ਼ਰੂਰ ਸਾਂਝੀ ਕਰੀਏ। ਹੁਣ ਬਾਬੇ ਨਾਨਕ ਨੇ ਜਿਨ੍ਹਾਂ ਨੂੰ ਜਾ ਕੇ ਦਰਸ਼ਨ ਦਿੱਤੇ, ਆਪਣੇ ਸਰੀਰ ਕਰਕੇ, ਆਪਣੀ ਕਾਇਆ ਕਰਕੇ ਜਿਨ੍ਹਾਂ ਨੂੰ ਦੀਦਾਰ ਬਖਸ਼ੇ, ਉਹਨਾਂ ਦੇ ਵਿੱਚੋਂ ਕੁਝ ਕੁ ਸ਼ਖਸੀਅਤਾਂ ਐਸੀਆਂ ਜਿਨ੍ਹਾਂ ਦੀ ਜੀਵਨੀ ਆਪ ਜੀ ਨੇ ਬੜੀ ਵਾਰ ਵਿਚਾਰੀ ਸੁਣੀ ਹੈ, ਤੇ ਉਹਨਾਂ ਵਿੱਚੋਂ ਇੱਕ ਸ਼ਖਸ ਇਹ ਵੀ ਹੈ ਜਿਹਨੂੰ ਦੁਨੀਆ ਠੱਗ ਕਹਿੰਦੀ ਹੈ, ਤੇ ਜੇ ਤੇ ਉਹਨਾਂ ਦੇ ਕਰਮਾਂ ਵੱਲ ਝਾਤ ਮਾਰਾਂਗੇ ਤੇ ਕੋਈ ਬਹੁਤੇ ਚੰਗੇ ਨਹੀਂ। ਇੱਕ ਸ਼ਖਸ ਉਹ ਵੀ ਹੈ ਜਿਹਨੂੰ ਦੁਨੀਆ ਨੇ ਰਾਖਸ਼ ਕਿਹਾ,
ਵੀ ਉਹਨੇ ਆਪਣੇ ਸਾਹਮਣੇ ਆਉਣ ਵਾਲਾ ਕੋਈ ਵੀ ਮਨੁੱਖ ਨਹੀਂ ਛੱਡਿਆ, ਜਿਹੜਾ ਵੀ ਆਇਆ ਉਸੇ ਨੂੰ ਹੀ ਪਕੜ ਕੇ ਆਪਣਾ ਭੋਜਨ ਬਣਾ ਲਿਆ। ਕੀ ਹੁਣ ਜੀਵਾਂ ਦਾ ਘਾਣ ਕਰਨਾ ਚੰਗਾ ਕਰਮ ਹੈ? ਉਹ ਜੀਵਾਂ ਦਾ ਘਾਣ ਕਰ ਰਿਹਾ, ਪਰ ਜਦੋਂ ਭਾਈ ਮਰਦਾਨਾ ਜੀ ਨੂੰ ਉਹਨੇ ਪਕੜਿਆ, ਗੁਰੂ ਨਾਨਕ ਸਾਹਿਬ ਗਏ ਤੇ ਜਾ ਕੇ ਸਮਝਾਇਆ ਵੀ ਸੱਜਣਾ ਏਦਾਂ ਜੀਵਾਂ ਦਾ ਘਾਣ ਨਹੀਂ ਕਰੀਦਾ ਜਿੱਦਾਂ ਤੂੰ ਕਰਨ ਲੱਗਿਆ। ਜੇ ਕਿਸੇ ਗੱਲ ਦਾ ਮਨ ਵਿੱਚ ਰੋਸ ਹੈ, ਕਿਸੇ ਗੱਲ ਦਾ ਮਨ ਵਿੱਚ ਗੁੱਸਾ ਜਾਂ ਗਿਲਾ ਹੈ, ਉਹਦਾ ਇਲਾਜ ਉਸ ਗੁੱਸੇ ਤੇ ਗਿਲੇ ਨੂੰ ਦੂਰ ਕੀਤਾ ਜਾ ਸਕਦਾ। ਏਦਾਂ ਜੀਵਾਂ ਦਾ ਘਾਣ ਕਰਕੇ ਜਿਹੜਾ ਉਹ ਗੁੱਸਾ ਤੇ ਗਿਲਾ ਕਦੇ ਦੂਰ ਨਹੀਂ ਹੁੰਦਾ, ਕਿਉਂਕਿ ਉਹ ਰਾਖਸ਼ਸ ਜਿਹੜੀ ਬਿਰਤੀ ਉਹਦੀ ਬਣੀ ਨਾ, ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ। ਕਾਰਨ ਇਹ ਸੀ ਕਿ ਜਿਸ ਇਲਾਕੇ ਵਿੱਚ ਉਹ ਰਹਿਣ ਵਾਲੇ ਨੇ, ਉਹਨਾਂ ਦੇ ਇਲਾਕੇ ਵਿੱਚ ਆ ਕੇ ਬਾਹਰੀ ਲੋਕਾਂ ਨੇ ਉਹਨਾਂ ਦੇ ਇਲਾਕੇ ਚੋਂ ਧੱਕੇ ਮਾਰ ਕੇ ਕੱਢਤਾ ਤੇ ਉਹਨਾਂ ਦੇ ਘਰਾਂ ਔਰ ਉਹਨਾਂ ਦੇ ਇਲਾਕਿਆਂ ਤੇ ਕਬਜ਼ਾ ਉਹਨਾਂ ਕੀਤਾ, ਜਿਸ ਕਰਕੇ ਮਨਾਂ ਵਿੱਚ ਰੋਸ ਪੈਦਾ ਹੋਇਆ ਕਿ ਆ ਜਿਨ੍ਹਾਂ ਨੇ ਸਾਡੇ ਘਰਾਂ ਤੇ ਕਬਜ਼ੇ ਕੀਤੇ ਅਸੀਂ ਜਿਉਂਦੇ ਨਹੀਂ ਛੱਡਣੇ। ਹੁਣ ਜਦੋਂ ਵੀ ਉਹ ਉਸ ਇਨਸਾਨ ਨੂੰ ਕਿਸੇ ਨੂੰ ਵੀ ਵੇਖਦੇ, ਉਹਨਾਂ ਦੇ ਮਨ ਵਿਚਲਾ ਰੋਸ, ਉਹ ਗੁੱਸਾ ਜਾਗਦਾ। ਬਸ ਉਸੇ ਗੁੱਸੇ ਦੇ ਨਤੀਜੇ ਵਜੋਂ ਸਾਹਮਣੇ ਆਇਆ ਇਨਸਾਨ ਉਹ ਪਕੜ ਕੇ ਮਾਰ ਲੈਂਦੇ। ਤੇ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਵੀ ਸੱਜਣਾ ਏਦਾਂ ਨਹੀਂ, ਗੁੱਸਾ ਜਾਂ ਗਿਲਾ ਮਨ ਵਿੱਚ ਰੋਸ ਹੈ, ਏਦਾਂ ਮਾਰ ਕੇ ਉਹਦਾ ਕੋਈ ਨਿਪਟਾਰਾ, ਕੋਈ ਨਤੀਜਾ ਨਹੀਂ। ਗੁਰੂ ਨਾਨਕ ਨੇ ਸਮਝਾਇਆ ਉਹੀ ਰਾਖਸ਼ਾਂ ਵਾਲੀ ਬਿਰਤੀ ਕਦੋਂ ਦੇਵ ਬਿਰਤੀ ਬਣੀ, ਉਹੀ ਜਿਹੜਾ ਨਿਤਾ ਪ੍ਰਤੀ ਸਾਹਮਣੇ ਵੇਖ ਕੇ ਇਨਸਾਨ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦਾ ਸੀ, ਹੁਣ ਜੇ ਕੋਈ ਸਾਹਮਣੇ ਮਰਦਾ ਵੀ ਦਿਸਦਾ ਤੇ ਉਹਨੂੰ ਵੀ ਜ਼ਿੰਦਗੀ ਦੇਣ ਜਾਂਦਾ। ਪਹਿਲੋਂ ਸਰੀਰਕ ਮੌਤ ਆਪ ਮਾਰਦਾ, ਹੁਣ ਸਰੀਰਕ ਮੌਤ ਤੇ ਕੀ ਮਾਰਨਾ, ਜੇ ਕੋਈ ਅਧਿਆਤਮਿਕ ਮੌਤ ਮਰਿਆ ਤੇ ਉਹਨੂੰ ਵੀ ਅਧਿਆਤਮਿਕ ਜੀਵਨ ਦਿੰਦੇ। ਉਹੀ ਕੌਡਾ ਰਾਖਸ਼ ਜਿਹਨੂੰ ਦੁਨੀਆ ਰਾਖਸ਼ ਕਹਿੰਦੀ, ਮੇਰੇ ਮਾਲਕ ਨੇ ਉਹਨੂੰ ਭਾਈ ਕੌਡਾ ਜੀ ਬਣਾਇਆ ਤੇ ਉਹੀ ਭਾਈ ਕੌਡਾ ਮੁੜ ਕੇ ਦੁਨੀਆ ਨੂੰ, ਸੰਸਾਰ ਨੂੰ ਸਿੱਧੇ ਮਾਰਗ ਤੇ ਪਾਉਂਦਾ, ਅਧਿਆਤਮਿਕ ਮੌਤੇ ਮਰਿਆਂ ਨੂੰ ਅਧਿਆਤਮਿਕ ਜ਼ਿੰਦਗੀ ਦਿੰਦਾ। ਗੁਰੂ ਨਾਨਕ ਦੀ ਬਾਣੀ ਦਾ ਸਹਾਰਾ, ਗੁਰੂ ਨਾਨਕ ਦੀ ਬਾਣੀ ਦੇ ਕੇ ਧੀਰਜ ਦਿੰਦਾ ਹਿਰਦਿਆਂ ਨੂੰ, ਡੋਲਦੇ ਹਿਰਦਿਆਂ ਨੂੰ ਉਹ ਧੀਰਜ ਦੇ ਕੇ ਗੁਰੂ ਨਾਨਕ ਦੇ ਚਰਨਾਂ ਦੀ ਪ੍ਰੀਤ, ਗੁਰੂ ਨਾਨਕ ਦੇ ਚਰਨਾਂ ਦਾ ਪ੍ਰੇਮ ਬਖਸ਼ਦਾ ਵੀ ਤੁਸੀਂ ਅਧਿਆਤਮਿਕ ਮੌਤ ਮਰੇ ਹੋ, ਆ ਤੁਹਾਨੂੰ ਮੈਂ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਣ ਲੱਗਿਆ। ਬਾਬੇ ਦੀ ਬਾਣੀ ਉਹਨਾਂ ਦੀ ਝੋਲੀ 'ਚ ਪਾਉਂਦੇ ਨੇ। ਸਤਿਗੁਰੂ ਜੀ ਆਖਦੇ, ਕਹਿੰਦੇ ਜਿਨ ਕੋ ਪੂਰਬ ਲਿਖਿਆ, ਤਿੰਨ ਸਤਿਗੁਰ ਮਿਲਿਆ ਆਏ। ਗੁਰੂ ਦਾ ਮਿਲਾਪ ਹੀ ਉਹਨਾਂ ਨੂੰ ਹੋਇਆ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਨੇ, ਉਹਨਾਂ ਗੁਰੂ ਦਾ ਮੇਲ ਹਾਸਲ ਕੀਤਾ। ਮਿਲ ਸਤਿਗੁਰ ਨਿਰਮਲ ਹੋਇਆ, ਬਿਖ ਹਉ ਮੈਂ ਗਿਆ ਬਿਲਾਏ। ਫਿਰ ਸਤਿਗੁਰੂ ਅਮਰਦਾਸ ਜੀ ਕਹਿੰਦੇ ਨਿਰਮਲਤਾਈ ਹੁੰਦੀ ਵੀ ਉਦੋਂ ਹੈ ਜਦੋਂ ਗੁਰੂ ਦਾ ਮਿਲਾਪ ਹੁੰਦਾ। ਗੁਰੂ ਨਾਨਕ ਸਾਹਿਬ ਨੂੰ ਪੜੋਗੇ ਆਸਾ ਕੀ ਵਾਰ ਚ ਮਾਲਕ ਨੇ ਇੱਕ ਜ਼ਿਕਰ ਕੀਤਾ। ਅਕਸਰ ਜਦੋਂ ਆਪਾਂ ਇਸ ਪੰਕਤੀ ਨੂੰ ਪੜ੍ਹਦੇ ਆ ਨਾ, ਤੇ ਮਨਾਂ 'ਚ ਸਾਡੇ ਇੱਕ ਭਰਮ ਜਿਹੜਾ ਉਹ ਪੈ ਜਾਂਦਾ। ਪੰਕਤੀ ਨੂੰ ਪੜ੍ਹਨ ਲੱਗਿਆਂ, ਵਿਚਾਰਨ ਲੱਗਿਆਂ ਖੁਦ ਅਸੀਂ ਇਸ ਭਰਮ ਵਿੱਚ ਪੈ ਜਾਂਦੇ ਆ, ਸਿਰਫ ਇੱਕ ਵਿਸ਼ਰਾਮ ਕਰਕੇ। ਜਦੋਂ ਪੰਕਤੀ ਨੂੰ ਪੜ੍ਹਿਆ ਨਾ, ਅਕਸਰ ਪੜ੍ਹਿਆ ਗਿਆ ਸੁੱਚ ਹੋਵੇ ਤਾਂ ਸੱਚ ਪਾਈ ਹੈ, ਵੀ ਜਦੋਂ ਸੁੱਚਮਤਾ ਹੁੰਦੀ ਹੈ ਫਿਰ ਸੱਚ ਮਿਲਦਾ ਹੈ। ਪਰ ਨਹੀਂ, ਖਿਆਲ ਰੱਖਿਓ, ਸੁੱਚ ਹੋਵੇ ਤਾਂ, ਸੁੱਚ ਹੁੰਦੀ ਤਾਂ ਹੈ, ਸੱਚ ਪਾਈ ਹੈ ਜਦੋਂ ਸੱਚ ਮਿਲਦਾ। ਉਦੋਂ ਬਿਨਾਂ ਸੁੱਚਮਤਾ ਨਹੀਂ, ਉਦੋਂ ਬਿਨਾਂ ਸਫਾਈ ਤੇ ਹੋ ਸਕਦੀ ਹੈ ਪਰ ਸੁੱਚਮਤਾ ਨਹੀਂ। ਉਦੋਂ ਬਿਨਾਂ ਅਸੀਂ ਆਪਣੇ ਹੱਥਾਂ ਨੂੰ ਸਾਫ਼ ਤੇ ਕਰ ਸਕਦੇ ਹਾਂ, ਆਪਣੇ ਚਿਹਰੇ ਨੂੰ ਸਾਫ਼ ਕਰ ਲਾਂਗੇ, ਆਪਣੇ ਪੈਰਾਂ ਨੂੰ ਸਾਫ਼ ਕਰ ਲਾਂਗੇ, ਪਰ ਸੁੱਚੀਆਂ ਨਹੀਂ ਜੇ ਕਰ ਸਕਦੇ ਜਿੰਨਾ ਚਿਰ ਸੱਚ ਨਹੀਂ ਹੈ। ਜਿੱਦਣ ਸੱਚ ਹੋਵੇਗਾ ਕੋਲੇ, ਉਦਣ ਹੀ ਸੁੱਚਮਤਾ ਆਉਣੀ ਜੇ।
ਸੱਚ ਜਿੱਦਣ ਹੋਵੇਗਾ ਕੋਲੇ ਹੱਥ ਉਦਣ ਹੀ ਸੁੱਚੇ ਹੋਣਗੇ। ਉਦੋਂ ਪਹਿਲਾਂ ਝੂਠੇ ਸੀ, ਅਸੀਂ ਜਿੰਨਾ ਮਰਜ਼ੀ ਧੋਂਦੇ ਰਹੀਏ ਇਹਨਾਂ ਝੂਠੇ ਹੀ ਰਹਿਣਾ। ਜਿੱਦਣ ਸੱਚ ਕੋਲੇ ਆ ਗਿਆ, ਹੱਥ ਦਸਾਂ ਨੌਵਾਂ ਦੀ ਕਿਰਤ ਕਰਨ ਲੱਗ ਪਏ ਨਾ, ਚੇਤੇ ਰੱਖਿਓ ਸੱਚ ਦਾ ਸਹਾਰਾ ਲੈ ਕੇ ਦਸਾਂ ਨੌਵਾਂ ਦੀ ਕਿਰਤ ਕਰਨ ਵਾਲੇ ਹੱਥ ਹੀ ਸੁੱਚੇ ਹੋਣਗੇ। ਸੱਚ ਦੇ ਸਹਾਰੇ ਤੋਂ ਬਿਨਾ ਪਰਾਇਆ ਹੱਕ ਮਾਰਨ ਵਾਲੇ ਹੱਥ ਅਸੀਂ ਭਾਵੇਂ ਦਿਹਾੜੀ 'ਚ ਜਿੰਨੀ ਮਰਜ਼ੀ ਧੋਂਦੇ ਰਹੀਏ, ਪਰ ਇਹਨਾਂ ਕਦੇ ਸੁੱਚਿਆਂ ਨਹੀਂ ਬਣਨਾ। ਇਸੇ ਤਰ੍ਹਾਂ ਪਰਾਇਆ ਧਨ ਤੇ ਪਰਾਇਆ ਤਨ ਤੱਕਣ ਵਾਲਾ ਕਦੇ ਸੁੱਚਿਆਂ ਨਹੀਂ ਹੋ ਸਕਦਾ। ਕਿਸੇ ਵਿਕਾਰਾਂ ਵਾਲੇ ਅਸਥਾਨ ਤੇ ਜਾਣ ਵਾਲਾ ਸੁੱਚਾ ਨਹੀਂ ਹੋ ਸਕਦਾ। ਜਿੱਦਣ ਸੱਚ ਹਾਸਲ ਕਰ ਲਾਂਗੇ ਸੁੱਚਮਤਾ ਉਦਣ ਹੀ ਹੈ। ਜਿੱਦਣ ਆਪਣੇ ਆਪ ਨੂੰ ਭੈੜੇ ਕਰਮਾਂ ਵਾਲੇ ਪਾਸੇ ਤੋਂ ਰੋਕ ਲਾਂਗੇ ਸੁੱਚੇ ਤੇ ਉਦਣ। ਜਿੱਦਣ ਜ਼ੁਬਾਨ ਝੂਠ ਬੋਲਣਾ ਛੱਡ ਕੇ ਉਸਤਤ ਨਿੰਦਿਆ ਦੋਨੋਂ ਤਿਆਗ ਕੇ ਸੱਚ ਦੇ ਗੁਣ ਗਾਉਣ ਲੱਗ ਗਈ, ਚੇਤੇ ਰੱਖਿਓ ਜ਼ੁਬਾਨ ਵੀ ਸੁੱਚੀ ਉਦਣ ਹੀ ਹੈ। ਤੇ ਮਾਲਕ ਜੀ ਆਖਦੇ ਕਹਿੰਦੇ ਮਿਲ ਸਤਿਗੁਰ ਨਿਰਮਲ ਹੋਇਆ। ਜਿੱਦਣ ਗੁਰੂ ਦਾ ਮੇਲ ਹੋਇਆ ਨਾ, ਨਿਰਮਲਤਾਈ ਉਦਣ ਹੋਈ। ਬਿਖ ਹਉਮੈ ਗਿਆ ਬਿਲਾਏ। ਤੇ ਜਿਹੜੀ ਜ਼ਹਿਰ ਸੀ ਅੰਦਰ, ਹੰਕਾਰ ਜਿਹੜਾ ਅੰਦਰ ਸੀ, ਉਹ ਉਸ ਦਿਨ ਨਾਸ਼ ਹੋਇਆ ਜਿੱਦਣ ਗੁਰੂ ਕਾ ਮੇਲ ਹਾਸਲ ਕੀਤਾ, ਜਿਸ ਦਿਨ ਗੁਰੂ ਕਾ ਮਿਲਾਪ ਹੋਇਆ। ਗੁਰ ਮੁਖਾਂ ਕੇ ਮੁਖ ਉਜਲੇ, ਹਰ ਦਰਗਹ ਸ਼ੋਭਾ ਪਾਏ। ਜਿੰਨੇ ਦੁਨੀਆ ਤੇ ਰਹਿਣ ਵਾਲੇ ਲੋਕ ਨੇ ਨਾ, ਕੋਈ ਮਨੁੱਖ ਐਸਾ ਨਹੀਂ ਜਿਹੜਾ ਮੁਖ ਕਾਲਾ ਕਰਕੇ ਤੇ ਆਪਣਾ ਜਿਉਣਾ ਚਾਹੁੰਦਾ ਹੋਵੇ। ਉਹਦੀ ਆਸ ਇਹੀ ਹੁੰਦੀ ਹੈ ਕਿ ਮੈਂ ਜਿਸ ਪਾਸੇ ਜਾਵਾਂ ਮੇਰੀ ਵਾਹ ਵਾਹ ਤੇ ਸ਼ੋਭਾ ਹੋਵੇ, ਕੋਈ ਮੰਦਾ ਨਾ ਆਖੇ। ਹਰ ਕੋਈ ਆਪਣਾ ਮੁਖ ਉਜਵਲ ਰੱਖਣਾ ਚਾਹੁੰਦਾ ਹੈ, ਪਰ ਬਾਤ ਮੁਖ ਉਜਵਲ ਰੱਖਣਾ ਚਾਹੁੰਦਾ, ਕਰਮ ਉਜਵਲ ਕੋਈ ਵੀ ਨਹੀਂ ਕਰਦਾ। ਇਨਸਾਨ ਜਿੰਨੇ ਵੀ ਸੰਸਾਰਕ ਤੌਰ ਤੇ ਜਿਉਂਦੇ ਨੇ, ਕੋਈ ਬੰਦਾ ਐਸਾ ਨਹੀਂ ਜਿਹੜਾ ਆਪਣਾ ਮੁਖ ਉਜਵਲ ਰੱਖਣਾ ਨਹੀਂ ਚਾਹੁੰਦਾ। ਹਰ ਬੰਦਾ ਚਾਹੁੰਦਾ ਮੇਰਾ ਮੁਖ ਉਜਵਲ ਹੋਵੇ, ਸਾਫ਼ ਤੇ ਸੁਥਰਾ ਹੋਵੇ। ਹਰ ਬੰਦਾ ਚਾਹੁੰਦਾ ਮੇਰੀ ਸ਼ੋਭਾ ਤੇ ਵਡਿਆਈ ਹੋਵੇ, ਪਰ ਕਰਮ ਉਜਵਲ ਕੋਈ ਵੀ ਨਹੀਂ ਕਰਦਾ। ਜਿੰਨਾ ਕਰਮਾਂ ਕਰਕੇ ਮੁਖ ਨੇ ਉਜਵਲ ਹੋਣਾ, ਉਹ ਕਰਮ ਕਮਾਏ ਨਹੀਂ, ਕਰਮ ਉਹ ਕੀਤੇ ਜਿੰਨਾ ਕਰਕੇ ਮੁਖ ਕਾਲਾ ਤੇ ਦਾਗ ਲੱਗਣੇ ਮੁਖ ਦੇ ਉੱਤੇ, ਪਰ ਆਸ ਉਜਵਲਤਾਈ ਦੀ ਲਾਈ ਹੈ। ਇਸੇ ਕਰਕੇ ਮਾਲਕ ਨੇ ਬਾਣੀ 'ਚ ਆਖਿਆ, ਕਹਿੰਦੇ ਭਾਈ ਖਿਆਲ ਰੱਖ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜੇ ਕਰਮ ਉਜਵਲ ਕਰੇਗਾ ਤੇ ਮੁਖ ਵੀ ਉਜਵਲ ਹੋਏਗਾ, ਤੇ ਜੇ ਸੱਜਣਾ ਕਰਮ ਕਾਲੇ ਕਰਦਾ ਰਿਹਾ ਤੇ ਮੁਖ ਤੇ ਦਾਗ ਕਾਲਖ ਤੇ ਲੱਗ ਸਕਦੀ ਹੈ, ਪਰ ਮੁਖ ਉਜਵਲ ਕਦੇ ਨਹੀਂ ਹੋ ਸਕਦਾ। ਇਸ ਲਈ ਕਰਮ ਉਜਵਲ ਕਰ। ਸੰਸਾਰਕ ਤੌਰ ਤੇ ਵੀ ਮੰਦੇ ਕਰਮ ਕਰਨ ਵਾਲੇ ਦੀ ਮੁਖ ਉੱਤੇ ਕਾਲਖ ਹੀ ਪੋਥੀ ਜਾਂਦੀ ਹੈ, ਤੇ ਜੇ ਕੋਈ ਚੰਗੇ ਕਰਮ ਕਰੇ ਦੁਨੀਆ ਸ਼ੋਭਾ ਤਾਂ ਗਾਉਂਦੀ। ਮਾਲਕ ਜੀ ਆਖਦੇ ਕਹਿੰਦੇ ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਕਰ ਲਿਆ, ਗੁਰੂ ਵੱਲ ਮੁਖ ਕਰਕੇ ਆਪਣੇ ਕਰਮ ਉਜਵਲ ਕਰ ਲਏ, ਜਿਨ੍ਹਾਂ ਕਰਮ ਉਜਵਲ ਕੀਤੇ ਉਹਨਾਂ ਦੇ ਮੁਖ ਵੀ ਉਜਵਲ ਹੋ ਗਏ। ਉਹਨਾਂ ਗੁਰੂ ਵੱਲ ਮੁਖ ਕਰਕੇ ਕਰਮ ਉਜਲੇ ਕੀਤੇ ਤੇ ਰੱਬ ਦੇ ਦਰ ਤੇ ਮੁਖ ਵੀ ਉਜਵਲ ਹੋ ਗਏ। ਉਹ ਚੰਗੇ ਸੋਹਣੇ ਮੁਖੜਿਆਂ ਵਾਲੇ ਬਣ ਗਏ, ਕਿਉਂਕਿ ਉਹਨਾਂ ਆਪਣੇ ਕਰਮ ਚੰਗੇ ਬਣਾ ਲਏ। ਤੇ ਜਿੰਨਾ ਕਰਮ ਚੰਗੇ ਕਰੇ, ਫਿਰ ਮਾਲਕ ਬਾਣੀ 'ਚ ਆਖਦੇ ਰੇ ਰੇ ਦਰਗਾਹ ਕਹੇ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਊ। ਫਿਰ ਉਹਨਾਂ ਨੂੰ ਕੋਈ ਮੰਦਾ ਨਹੀਂ ਜੇ ਆਖਦਾ। ਤੇ ਜਿੰਨਾ ਕਰਮ ਮੰਦੇ ਕੀਤੇ, ਉਹਨਾਂ ਦੇ ਮੁਖ ਉੱਤੇ ਕਾਲਖ ਪੋਥੀ ਗਈ, ਦਾਗ ਲੱਗ ਗਏ। ਫਿਰ ਉਹ ਕਦੇ ਗੁਰੂ ਕੇ ਦਰ ਉੱਤੇ ਵੀ ਆਪਣਾ ਮੁਖ ਉਜਵਲ ਨਹੀਂ ਕਰ ਸਕੇ। ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗਾਹ ਸ਼ੋਭਾ ਪਾਏ। ਗੁਰੂ ਵੱਲ ਜਿੰਨਾ ਮੁਖ ਕੀਤਾ, ਉਹਨਾਂ ਦੇ ਮੁਖ ਉਜਵਲ ਹੋ ਗਏ, ਤੇ ਉਹੀ ਰੱਬ ਦੇ ਦਰ ਉੱਤੇ ਸ਼ੋਭਾ ਤੇ ਮਾਣ ਪਾਉਂਦੇ ਹਨ। ਜਨ ਨਾਨਕ ਸਦਾ ਕੁਰਬਾਨ ਤਿਨ, ਜੋ ਚੱਲ ਹੈ ਸਤਿਗੁਰ ਪਾਏ। ਫਿਰ ਆਖਦੇ ਕਹਿੰਦੇ ਜਨ ਨਾਨਕ
ਦਾਸ ਨਾਨਕ ਸਦਾ ਕੁਰਬਾਨ ਤਿਨ, ਉਹਨਾਂ ਤੋਂ ਕੁਰਬਾਨ ਜਾਂਦੇ ਨੇ ਜੋ ਚਾਲੈ ਸਤਿਗੁਰ ਭਾਏ, ਜਿਹੜੇ ਗੁਰੂ ਕੇ ਪ੍ਰੇਮ ਵਿੱਚ ਚੱਲਦੇ। ਜਿਹਨੂੰ ਮਾਲਕ ਜੀ ਆਖਦੇ ਨਾ, ਹਉ ਕੁਰਬਾਨੈ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੈ ਜਾਉ। ਰੱਬ ਜੀ ਜਿਹੜੇ ਤੁਹਾਡੀ ਯਾਦ ਚਿੰਤਨ ਵਿੱਚ ਜੁੜਨ ਵਾਲੇ ਨਾ, ਮੈਂ ਉਹਨਾਂ ਤੋਂ ਹਮੇਸ਼ਾ ਹੀ ਕੁਰਬਾਨ ਜਾਣਾ। ਜਿਹੜੇ ਸਤਿਗੁਰ ਦੇ ਭਾਏ ਵਿੱਚ ਚੱਲਣ ਵਾਲੇ ਨੇ, ਔਰ ਭਾਏ ਵਿੱਚ ਉਹੀ ਚੱਲੇ ਜਿਨ੍ਹਾਂ ਇਹ ਅਰਦਾਸ ਕੀਤੀ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲੈ, ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਨ੍ਹਾਂ ਗੁਰੂ ਅੱਗੇ ਅਰਦਾਸ ਕੀਤੀ ਨਾ ਕਿ ਸਤਿਗੁਰੂ ਆਪ ਖੁਦ ਸਾਨੂੰ ਪਕੜ ਕੇ ਤਾਰ ਲਓ, ਆਪ ਖੁਦ ਸਾਡੀ ਟੋਹਣੀ ਬਣ ਕੇ ਸਾਨੂੰ ਸਹਾਰਾ ਦਿਓ, ਕਿਉਂਕਿ ਅਸੀਂ ਅੰਨੇ ਆ। ਜਿਨ੍ਹਾਂ ਅਰਦਾਸ ਕੀਤੀ ਗੁਰੂ ਨੇ ਸਹਾਰਾ ਵੀ ਉਹਨਾਂ ਨੂੰ ਹੀ ਦਿੱਤਾ, ਤੇ ਗੁਰੂ ਕੇ ਭਾਏ ਤੇ ਪ੍ਰੇਮ ਵਿੱਚ ਚੱਲੇ ਵੀ ਉਹ ਜਿਨ੍ਹਾਂ ਅਰਦਾਸ ਕੀਤੀ, ਤੇ ਜਿਨ੍ਹਾਂ ਉਹਦੇ ਅੱਗੇ ਨਾ ਬੇਨਤੀ ਕੀਤੀ, ਨਾ ਅਰਜ਼ੋਈ ਕੀਤੀ, ਤੇ ਨਾ ਇਹ ਮੰਨੇ ਕਿ ਅਸੀਂ ਅੰਨੇ ਆ, ਉਹਨਾਂ ਨੂੰ ਨਾ ਸਹਾਰਾ ਮਿਲਿਆ ਤੇ ਨਾ ਹੀ ਉਹ ਗੁਰੂ ਕੇ ਭਾਏ ਵਿੱਚ ਚੱਲ ਸਕੇ। ਗੁਰੂ ਕੇ ਭਾਏ ਵਿੱਚ ਚੱਲਣ ਲਈ ਦੋ ਕਰਮ ਜ਼ਰੂਰ ਕਮਾਉਣੇ ਪੈਣਗੇ। ਇੱਕ, ਗੁਰੂ ਅੱਗੇ ਅਰਜ਼ੋਈ ਕਰਨੀ ਪਏਗੀ ਕਿ ਸਤਿਗੁਰੂ ਅਸੀਂ ਅੰਨੇ ਆ, ਤੇ ਦੂਜਾ, ਗੁਰੂ ਨੂੰ ਆਖਣਾ ਪਏਗਾ ਸਤਿਗੁਰੂ ਆਪ ਸਹਾਰਾ ਦੇ ਕੇ ਤੋਰ ਲਓ, ਕਿਉਂਕਿ ਨਾ ਸਾਨੂੰ ਚੱਲਣਾ ਆਉਂਦਾ ਤੇ ਨਾ ਹੀ ਸਾਨੂੰ ਦਿਸਦਾ। ਜੇ ਤੁਸੀਂ ਆਪ ਕਿਰਪਾ ਕਰਕੇ ਆਪਣੇ ਮਾਰਗ ਤੇ ਤੋਰ ਲਵੋਗੇ, ਹੋ ਸਕਦਾ ਹੈ ਕਿ ਆਪ ਜੀ ਦੇ ਮਾਰਗ ਤੇ ਅਸੀਂ ਤੁਰ ਪਈਏ, ਚੱਲ ਪਈਏ। ਸਤਿਗੁਰੂ ਕਿਤੇ ਰਹਿਮਤ ਕਰਨ, ਇਹਨਾਂ ਮਾਇਕ ਪਦਾਰਥਾਂ ਤੋਂ ਕਿਤੇ ਆਪਣਾ ਆਪਾ ਅਸੀਂ ਸੱਚਮੁੱਚ ਉਪਰਾਮ ਕਰ ਲਈਏ। ਇਹਨਾਂ ਮਾਇਕ ਪਦਾਰਥਾਂ ਦੇ ਮੋਹ ਵਿੱਚ ਕਿਤੇ ਗਰਸੇ ਹੀ ਆਪਣੀ ਅਧਿਆਤਮਿਕ ਮੌਤ ਮਾਰੇ ਨਾ ਜਾਈਏ। ਗੁਰੂ ਅੱਗੇ ਹਰ ਵਕਤ ਅਰਦਾਸ ਕਰਦੇ ਰਹੀਏ ਕਿ ਸਾਨੂੰ ਬਿਖ ਕਾ ਮਾਰਨ ਹਰ ਨਾਮ ਹੈ, ਜਿਹੜਾ ਹਰੀ ਨਾਮ ਹੈ ਨਾ ਉਹ ਸਾਡੀ ਝੋਲੀ ਵਿੱਚ ਪਾਓ ਸਤਿਗੁਰੂ, ਕਿਤੇ ਅਸੀਂ ਵੀ ਭੁੱਲੇ ਹੋਏ ਮਾਰਗਾਂ ਤੋਂ ਸਿੱਧੇ ਰਸਤੇ ਪੈ ਜਾਈਏ। ਆਪ ਕਿਰਪਾ ਕਰਕੇ ਸਾਨੂੰ ਭਟਕਿਆਂ ਨੂੰ ਆਪਣਾ ਸਹਾਰਾ ਦਿਓ। ਗੁਰੂ ਅੱਗੇ ਅਰਦਾਸ ਹਰ ਵਕਤ ਕਰਦੇ ਰਿਹਾ ਕਰੋ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ। ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ,
ਸਾਨੂੰ ਵੀ ਭੁੱਲਿਆ ਹੋਇਆਂ ਨੂੰ ਆਪ ਸਾਡੀ ਬਾਹ ਪਕੜ ਕੇ ਸਿੱਧੇ ਮਾਰਗਾਂ ਉੱਤੇ ਤੋਰ ਲੈਣ, ਤਾਂ ਜੋ ਅਸੀਂ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਗੁਰ ਮੁਖਾਂ ਕੇ ਮੁਖ ਉਜਲੇ, ਹਰ ਦਰਗਹ ਸ਼ੋਭਾ ਪਾਏ। ਜਨ ਨਾਨਕ ਸਦਾ ਕੁਰਬਾਨ ਤਿਨ, ਜੋ ਚੱਲ ਹੈ ਸਤਿਗੁਰ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।